KRP 1550 AM ਤੇ ਤੁਹਾਡਾ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ। 12:33 10 ਅਗਸਤ ਤੇ ਵਰਾ 2021 ਦਾ ਮੰਗਲਵਾਰ 26 ਸੌਣ ਨਾਨਕ ਸੰਮਤ 553 ਨਿੱਘਾ ਹਾਰਦਿਕ ਸਵਾਗਤ ਹੈ। ਅੱਜ ਦੀ ਲੋਕ ਸੱਥ ਦੇ ਵਿੱਚ ਅਹਿਮ ਘਟਨਾਵਾਂ ਗੱਲਾਂ ਬਾਤਾਂ ਜੀਤ ਸਿੰਘ ਤੇ ਸੁਲਝੇ ਮਸਲਿਆਂ ਤੇ ਗੱਲਬਾਤ ਹੋਈ। ਕੁਛ ਗਿਆਨ ਦੀਆਂ ਗੱਲਾਂ ਤੇ ਨਾਲ ਅੱਜ ਖੁੱਲੀ ਵਿਚਾਰ ਚਰਚਾ ਹੋਣੀ ਹੈ। ਜਿਹੜਾ ਸਾਡੇ ਇਹ ਲੋਕਾਂ ਦੇ ਵਿੱਚ ਸੜਕ ਦੇ ਉੱਪਰ ਅੱਖਾਂ ਨੂੰ ਚੁਭਦਾ ਜਿਹੜੀਆਂ ਲਾਇਸੈਂਸ ਪਲੇਟਾਂ ਤੁਰੀਆਂ ਫਿਰਦੀਆਂ, ਉਹਦਾ ਕੀ ਮਤਲਬ ਹੈ? ICBC ਕਰਾਊਨ ਕਾਰਪੋਰੇਸ਼ਨ ਉਹ ਛਾਪ ਦਿੰਦੀ ਹੈ, ਉਹਨਾਂ ਨੂੰ ਤਾਂ ਪਤਾ ਨਹੀਂ ਕਿ ਕਬਜ਼ਾ ਕੀ ਆ, ਤੇਰਾ ਜੀਜਾ ਮੇਰਾ ਜੀਜਾ ਤੇ ਨਾਗਣੀ ਤੇ ਜੇ ਬੋ ਪ੍ਰਾਹੁਣਾ ਤੇਰਾ ਜੀਜਾ ਤੇ ਜੇ ਤੇ ਬੋ, ਉਹਨਾਂ ਨੂੰ ਹੁਣ ਪੰਜਾਬੀ ਦੇ ਸ਼ਬਦਾਂ ਦਾ ਨਹੀਂ ਪਤਾ ਹੈ। ਲੋਕਾਂ ਨੇ ਕਮਿਊਨਿਟੀ ਦੇ ਵਿੱਚ ਜਿਹੜੇ ਸਾਖਰ ਲੋਕ ਨੇ, ਉਹਨਾਂ ਨੇ DBDP ਨੂੰ ਤੇ ICBC ਨੂੰ ਲਿਖਿਆ ਵੀ ਇਹ ਤੁਹਾਨੂੰ ਪਤਾ ਇਹਨਾਂ ਦਾ ਮਤਲਬ ਕੀ ਹੈ? ਇਹ ਪੋਲਿਊਸ਼ਨ ਹੈ ਸਿਸਟਮ ਦੇ ਵਿੱਚ। ਜੇ ਤੁਸੀਂ $100 ਦੀਆਂ ਪਲੇਟਾਂ ਬਣਾ ਕੇ ਦਿੰਦੇ ਹੋ, ਉਹ ਬਣਾਉਣਗੇ। ਤਾਂ ਇਹ ਪਲੇਟਾਂ ਜਿਹੜੀਆਂ ਕਾਰਾਂ ਦੀਆਂ ਲਾਇਸੈਂਸ ਪਲੇਟਾਂ ਨੇ, ਇਹ ਕੀ ਸ਼ੁਰੂ ਹੋਇਆ ਹੈ? ਕੀ ਦਿਖਾਉਣਾ ਚਾਹੁੰਦੇ ਆ ਅਸੀਂ ਲਿਖ ਕੇ ਤੇਰਾ ਜੀਜਾ ਤੇ ਜੀਜਾ ਤੇ ਕਬਜ਼ਾ ਤੇ ਜੇ ਬੋ? ਇਸ ਤੇ ਅੱਜ ਗੱਲਬਾਤ ਕਰਨੀ ਹੈ। ਕੋਈ ਲੋਕ ਰਾਏ ਜਿਹੜੀ ਬਣਾ ਸਕੀਏ ਤੇ ਇਹਦੇ ਤੇ ਸ਼ਿਕੰਜਾ ਕੱਸਿਆ ਜਾਵੇ। ਲੈਣ $1000 ਤੇ ਛਪਾਉਣ ਤੇ ਪਤਾ ਲੱਗੂ ਜਦ ਰੀਨਿਊ ਕਰਾਉਣਾ ਸਾਲ ਦਾ $300 ਉਹ ਹੋਵੇ $1000 ਦੀ ਬਣੇ ਪਲੇਟ ਤੇ ਫਿਰ ਬਣਾ ਲੈਣ। ਜਿਹਨੇ ਨਾਂ ਲਿਖਾ ਕੇ ਗੋਤ ਲਿਖਾ ਕੇ ਆਨੰਦ ਲੈਣਾ, ਫਿਰ ਉਹ ਦੇ ਦੇਣ ਪੈਸੇ। ਇਸ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਨੀ ਹੈ ਕਿ ਕੀ ਕਹਾਣੀ ਹੈ, ਕੀ ਇਹਦੇ ਵਿੱਚੋਂ ਅਸੀਂ ਕੱਢਣਾ ਚਾਹੁੰਦੇ ਆ, ਕੀ ਅਸੀਂ ਕਰਨਾ ਚਾਹੁੰਦੇ ਆ, ਕਿੱਥੇ ਆ ਕੇ ਅਸੀਂ ਇਹ ਗੱਲ ਜਿਹੜੀ ਹੈ ਉਹ ਕਿਹੜੀ ਜਗ੍ਹਾ ਤੇ ਕੀ ਕਰਦੇ ਆ। ਇਸ ਤੇ ਅੱਜ ਮੈਂ ਤੁਹਾਡੇ ਨਾਲ ਗੱਲ ਕਰਾਂਗਾ। ਤੁਸੀਂ ਸ਼ਾਮਲ ਹੋਣਾ 1844 247 1550 1844247155 ਤੇਰਾ ਸਾਥ ਜਿਵੇਂ ਕੱਚੀ ਕੰਧ ਤੋਂ ਕੋਈ ਚਿੱਟਾ ਕੁੱਕੜ ਉੱਡਿਆ ਹੋਵੇ, ਜਿਵੇਂ ਕਰੀਰ ਦੀਆਂ ਝਿੰਗਾਂ ਤੇ ਸੇਮੀਆਂ ਸੁੱਕੀਆਂ ਪਾਈਆਂ ਹੋਣ, ਜਿਵੇਂ ਫੁੱਲਾਂ ਵਾਲੇ ਪਾਣੀ 'ਚ ਸੁਪਨਿਆਂ ਵਰਗੀਆਂ ਬੱਤਖਾਂ ਧਰਦੀਆਂ ਹੋਣ, ਜਿਵੇਂ ਛਟੀਆਂ ਦੀ ਅੱਗ ਤੇ ਛੋਲਿਆਂ ਦੀਆਂ ਟਾਟਾਂ ਭੁੱਜ ਰਹੀਆਂ ਹੋਣ, ਜਿਵੇਂ ਕਿਸੇ ਬੁੱਢੀ ਮਸੀਹ 'ਚ ਤੋਤੇ ਤੇ ਕਬੂਤਰ ਖੇਡਦੇ ਹੋਣ, ਜਿਵੇਂ ਸਿਆੜਾਂ 'ਚ ਪੰਛੀ ਉਤਰੇ ਹੋਣ, ਜਿਵੇਂ ਪੱਕਦੀਆਂ ਰੋਟੀਆਂ ਦੀ ਮਹਿਕ ਉੱਡ ਰਹੀ ਹੋਵੇ, ਜਾਂ ਜਿਵੇਂ ਕਿਸੇ ਰਕਾਨ ਦੀ ਜੱਟੀ ਨੇ ਥੋੜਾ ਜਿਹਾ ਸਿਰ ਹਿਲਾਇਆ ਹੋਵੇ ਤੇ ਬਾਲੀਆਂ ਦੇ ਕੁੰਡਿਆਂ 'ਚ ਪਈਆਂ ਪਿੱਪਲ ਪੱਤੀਆਂ ਆਪਸ 'ਚ ਹਲਕਾ ਹਲਕਾ ਵੱਜਦੀਆਂ ਹੋਣ। ਤੇਰਾ ਸਾਥ ਬਿਆਨਣ ਲਈ ਜਿਵੇਂ ਹਾਲੇ ਵੀ ਮਾੜੀ ਜਿਹੀ ਕੱਚ ਹੈ, ਸ਼ਾਹੀ ਸ਼ਬਦ ਨਿਰਾਲੇ ਅੱਖਰ ਸੰਦਲੀ ਸਤਰ ਕਥਾਵਾਂ ਕਿੱਸਿਆਂ 'ਚ ਫੇਰ ਮਾਰ ਖਾ ਦੇ। ਭਲਾ ਕੱਚੀ ਕੰਧ ਤੋਂ ਉੱਡੇ ਕੁੱਕੜ ਨੂੰ ਭਾਸ਼ਾ 'ਚ ਕਿਵੇਂ ਬੰਨੀਏ? ਹਰਮਨਜੀਤ ਲਿਖਦਾ ਹੈ 10 ਅਗਸਤ 1986 ਨੂੰ ਪੂਨੇ ਸ਼ਹਿਰ ਦੇ ਵਿੱਚ ਐਤਵਾਰ ਦੀ ਸਵੇਰ ਸੀ। 10 ਵਜੇ ਜਨਰਲ ਵੈਦਿਆ ਆਪਣੀ ਘਰ ਵਾਲੀ ਤੇ ਗਾਰਡ ਨਾਲ ਮਰੂਤੀ ਕਾਰ 'ਚ ਜਾਂਦਾ ਸੀ, ਬੈਠਾ ਬਾਜ਼ਾਰ 'ਚ। ਕਾਰ ਨੂੰ ਖੁਦ ਵੈਦਿਆ ਚਲਾਉਂਦਾ ਸੀ। 1984 ਦੇ ਵਿੱਚ, ਜੂਨ 84 ਦੇ ਵਿੱਚ ਕਰਕੇ ਹਮਲਾ ਵੈਦਿਆ ਨੂੰ ਬਹੁਤ ਜ਼ਿਆਦਾ ਸਿਕਿਉਰ ਕਰਕੇ ਇਹੋ ਜਿਹੇ ਦੇ ਸ਼ਹਿਰ 'ਚ ਵਸਾਇਆ ਗਿਆ ਜਿੱਥੇ ਉਹਨੂੰ ਕੋਈ ਜਾਣਦਾ ਨਹੀਂ ਸੀ। ਪਰ ਕਿਸੇ ਕਾਰਨ ਕਰਕੇ ਪੰਜਾਬ ਦੇ ਵਿੱਚ ਸੰਘਰਸ਼ ਦੇ ਵਿੱਚ ਰਹੇ ਰਜਿੰਦਰ ਸਿੰਘ ਜਿੰਦਾ ਤੇ ਸੁਖਦੇਵ ਸਿੰਘ ਸੁੱਖਾ, ਰਣਜੀਤ ਸਿੰਘ ਬਿੱਟੂ, ਰਣਜੀਤ ਸਿੰਘ ਕੁੱਕੀ, ਪੰਜਾਬ ਤੋਂ ਜਦ ਇਹ ਗਰੀਲੇ ਪੂਨੇ ਜਾ ਕੇ ਡੇਰਾ ਲਾਇਆ, ਇੱਕ ਦਿਨ ਪੂਨੇ ਬੈਠਿਆਂ ਤੋਂ ਜਨਰਲ ਵੈਦਿਆ ਨੂੰ ਰਜਿੰਦਰ ਸਿੰਘ ਜਿੰਦੇ ਨੇ ਦੇਖ ਲਿਆ, ਪਰ ਪਤਾ ਨਹੀਂ ਸੀ ਕਿ ਇੱਥੇ ਹੋਊਗਾ। ਬਸ ਕਹਿੰਦੇ ਬਹੁਤ ਸਮਾਂ ਸਮਰੱਥ ਹੈ, ਜਦ ਤੁਸੀਂ ਪਾਪ ਦੀ ਜੰਨ ਲੈ ਕੇ ਕਾਬਲੋਂ ਧੌਣਾ ਹੈ ਤਾਂ ਗੁਰੂ ਨਾਨਕ ਨੇ ਪ੍ਰਗਟ ਹੋਣਾ ਹੀ ਹੋਣਾ। ਇਹ ਨਹੀਂ ਗੱਲ ਹੈ ਕਿ ਬਾਬਰ ਸਾਨੂੰ ਹੀ ਦਲਦਾ ਸੀ, ਉਹ ਤਾਂ ਦੁਨੀਆ ਨੂੰ ਦਲਦਾ ਆਉਂਦਾ, ਖੁਰਾਸਾਨ ਤੋਂ ਚੜਿਆ ਹੋਇਆ ਨੱਪਦਾ ਹੀ ਆਉਂਦਾ। ਪਰ
गल ये है भी ननकाने दे विच प्रगट हो गई रूह जिन्हें उन्होंने डकना सी, जिन्हें कहना सी ओए आ की कर लग्या तू, तुसीं राजेशी मुकदम कुत्ते हो, तुसीं रत पित्त मिज लोकां दी खा रहे हो। कोल कोई ना फौजां सी ना असला सी ना कुछ सी, पर सच दी जिद सी। डकता बाबर नूं। त्यों त्यों बाबर तो लैके 10वें पातशाह तक अलग अलग मंगोल ते नादर शादर ते तुर्कीए आउंदे रहे। कौम चढ़दी कला च रही ते 18वीं सदी दे विच ज्यों 1720 तो लैके राज होण तक 80 साल घोड़ियां दे संभां ने टापां ने सारा पंजाब जरखलता सिरां दे मुल पै गए ते हील खालसा परचम जड़न ले। लद्दाख तो लैके दर्रा खैबर तक ते दरिया सतलुज तक पंजाब दे राजे ने लहरा दित्ता। कोई भी अजिही तवारीखां च ने भी किते भी वाधा कीता होया कौम ते, कौम ने उहदा बराबर दा मुल कीता ते नताणे ते वो किसे धर्म दा होवे उहदे वल उंगल नहीं कर दित्ती, चाहे कख ना रहे। अज भी चाहे किसे कारण करके उजड़ी हुई कौम है, पर सिख दे सामने धक्का नहीं कोई कर सकता किसी ने। हाँ, संघर्षां दे विच सिखां वर्गे बन के डकैतां ने, कालियां कच्छियां वालियां ने, आलम दी सेना ने ते उस तो बाद बिरक दियां कैटां ने बहुत जुल्म कीता माझे ते दुआबे दे विच, पर उन्हां नूं तुसीं सिख नहीं कह सकते। सिख दा बड़ रूप जे तुसीं किसी ने करना होवे 2 महीने 3 महीने दाढ़ी ना कट्टो, बाल ना कट्टो, दस्तार बन्नण लग जाओ। पुणे दी गलियां च ऐतवार नूं घर वाली नूं वैद्या कहना भी चाल बैंगन बूंगन लाइए, भरथा बनाइए ऐतवार अज। रेकी हो चुकी सी, वैद्या दी मरूती निकली। भाई हरजिंदर सिंह जिंदा सुजुकी चलाउंदा सी, पिछे बैठा सी सुखदेव सिंह सुक्खा मामे भूआ दे पुत्त, ते एक दूजे नाल प्यार करन वाले ते चढ़दी कला दे योधे बाजां वांगू झपटदे। वो कहना अज नहीं मुड़न देना, अज काल इहदे सिर ते चढ़दा। 11:30 बजे लैके समान जद रजिंदर सिंह वाली रोड तो मुड़ लग्या तां चौंक तो उहने क्वीनस ते मुड़ना सी ते न्यू रोड नूं कट्टदा जद मोड़ कट्टण लई वैद्या ने कार हौली कीती। कहंदे जिंदे ने भाई साहब ने सुखदेव नूं कहा सुखा नूं ला दियां बराबर कर दियां। सुखदेव सिंह ने कहंदे कहा कर दे फिर बराबर। जब मोटरसाइकिल बराबर आया वैद्या नूं ललकर के ऐन जिहड़ा तवारीख भी गवाह है, बाजार दे लोग भी कहने भी ललकर के क्या कर ला हो जा सीधा, कढ़ ला जिहड़ा तेरे भी डब च, ते गार्ड नूं भी कहा तू भी चला ला जिहड़ी चलाउणी। गोलियां दी जब बाछड़ हुई तां जनरल वैद्या दे सिर च गोलियां लगियां, सिर स्टेयरिंग ते पै गया ते मुड़ के मोढे ते घरवाली दे डिग पिया ते गड्डी जाके नाल करम ते चढ़ गई। मैटाडोर वैन च पा के हस्पताल कमांड लै गए ते जिथे उहनूं मरिया घोषित कर दित्ता। उस तो बाद फड़े गए, केस चले। जज कहंदा बई मन जिओ अंदर कुछ ना होवे, कुछ नहीं कहंदा छड़ दूं, सजा होगी, फांसी नहीं होण दिंदा। प्रभाव इन्ना जेल च पै गया पूने दी दे विच। वो कहंदे ना 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 भाऊ तेरे वाला काम नहीं है। ते ये तां जकारे गज्जणगे अंदर वड़ के, उस तरह ही वजणगे। जेल तो शुरू होणगीਆਂ बैरकां दे विच दी बोले सो निहाल दे ते खालिस्तान दे नारे इस तरह ही वजणगे। उदों पहला ਜਿਹੜੀਆਂ किताबां छपियां उस जज कहंदे लिखण वेले भी रोया, ऑफ भी लिया, दोबारा भी लिया ते फोटो लैके अपने घर च गया। जेल दे सारे दरोगे शरोगे रोंदे ते रात नूं सुत्ते ते 2 बजे उठे, केसी स्नान कीते, स्यो खाधा ते दही छकिया ते पाठ कीते ते जकारे चिट्टा चोले ते खालसाई सिर ते रमाले
फतेह बुला के कोल दी लंघे, जेल दे विच होर भी बंद सिंह सी। कहने फांसी हथ नाल पा देण गल च रस्सा, तो कहते नहीं इउं नहीं असीं पाउंदे। ये रूहां ने जड़ियां ट्रैवल करदियां ने, सोलत हर एक दी आ माड़ी चंगी, पर यह कौम दे योधे जिन्हां दे सिरां दे मुੱਲ सदा ही पैंदे 18वीं सदी च होणगे, गुरु साहब दियां फौजां च होणगे, मुड़ मुड़ जन्म लैंदे ने ते कौम नूं जिहड़ा है वो जगाउंदे रहिंदे ने। पापी नूं दंड देण दी गल, जिथे माफियां दी गल है, माफी भी नाल है, पर पापी नूं दंड देण दी जिहड़ी कहानी है ਉਹਨੂੰ कौम तो तुसीं परा नहीं कर सकते। पाड़ियां दी जिंदगी दे विच, पाड़ियां दे हिसाब किताब दे विच हो सकदा है कतल होवे, पाड़ियां दे हिसाब नाल कोई हो सकदा है कि जुल्म होवे। जुल्म जून 84 दे विच जां उस तो बाद चेज ऑपरेशन हंट ऑपरेशन जे ते वो ਜਿਹੜੇ ਚੱਕ ਕੇ ਧਰਤੀ ਤੋਂ ਜਵਾਕ ਕੰਧਾਂ ਨਾਲ ਮਾਰੇ ਫੌਜੀਆਂ ਨੇ, ਲੋਕਾਂ ਦੇ ਮੂੰਹਾਂ ਦੇ ਵਿੱਚ ਪਿਸ਼ਾਬ ਕੀਤੇ, ਪਾਣੀਆਂ ਦੀ ਇੱਕ ਬੁੱਕ ਨਹੀਂ ਭਰਨ ਦਿੱਤੀ ਤੇ ਸਟੇਨਾਂ ਤੇ ਬਰੇਨਾਂ ਨਾਲ ਸਿੱਧੀਆਂ ਤੇ ਸਾਰਾ ਅੰਮ੍ਰਿਤਸਰ ਬਾਹਰ ਤੇ ਅੰਦਰ ਡਾਂਗਾ ਨਾਲ ਰੁੰਨਤਾ ਤੇ ਗੋਲੀਆਂ ਨਾਲ, ਉਹ ਵੀ ਬੇਦੋਸ਼ੇ ਸੀ। ਉਹ ਬੇਦੋਸ਼ੇ ਨਹੀਂ ਦਿਖਦੇ, ਇਹ ਬੇਦੋਸ਼ਾ ਨਹੀਂ ਸੀ। ਗਾਰਡ ਨਾਲ ਸੀ, ਹੋ ਸਕਦਾ ਆਪਣੇ ਕੋਲ ਵੀ ਵੈਪਨ ਹੋਵੇ, ਗਨਮੈਨ ਨਾਲ ਸੀ ਤੇ ਬਰਾਬਰੋਂ। ਪਰ ਬਾਜਾਂ ਦੇ ਮੁਕਾਬਲੇ ਡੱਡੀਆਂ ਦਾ ਕੰਮ ਕਾਹਦਾ। ਸੋ ਇਹਨਾਂ ਯੋਧਿਆਂ ਨੂੰ ਯਾਦ ਕਰਦੇ ਆ। ਅੱਜ ਦੇ ਦਿਨ 1986 ਚ 35 ਵਰੇ ਪਹਿਲਾਂ ਜਨਰਲ ਬੈਦਿਆ ਨੂੰ ਉਹਦੇ ਕੀਤੇ ਕਰਮਾਂ ਦੀ ਸਜ਼ਾ ਯੋਧਿਆਂ ਨੇ ਦਿੱਤੀ ਪੂਨੇ। 12:53 ਹੋਇਆ ਜੀ। ਕਹਿੰਦੇ ਜਾਂ ਪਿੰਡਾਂ 'ਚ ਆਪਾਂ ਕੇਸੀ ਨਹਾਉਂਦੇ ਨਾ ਜਾਮਣ ਨਾਲ 30 ਸਾਲ ਪਹਿਲਾਂ, ਫਿਰ ਸ਼ੈਂਪੂ ਆਉਣ ਲੱਗ ਗਿਆ ਥੋੜਾ ਬਹੁਤਾ। ਪਿੰਡਾਂ ਵਾਲੇ ਸ਼ੈਂਪੂ ਕਹਿੰਦੇ ਉਹਨੂੰ, ਸ਼ੈਂਪੂ ਕਹਿੰਦਾ ਬਹੁਤ ਝੱਗੋ ਝੱਗ ਕਰ ਦਿੰਦਾ। ਅਸਲ ਇਹ ਜਿਹੜਾ ਸ਼ਬਦ ਹੈ ਉਹ ਚੰਪੂ ਹੈ। ਚੰਪੂ, ਚੰਪੂ ਦਾ ਅਰਥ ਹੈ ਮਾਲਿਸ਼ ਕਰਨਾ ਜਾਂ ਦਬਾਉਣਾ। ਬਿਹਾਰ ਦੇ ਵਿੱਚ ਚੰਪੂ ਕਹਿੰਦੇ, ਚੰਪੂ। ਤੇ ਭਾਰਤ ਦੇ ਵਿੱਚ, ਤੁਹਾਡੇ ਦੇਸ਼ ਦੇ ਵਿੱਚ 1500 ਈਸਵੀ ਤੋਂ ਚੰਪੂ ਦੀ ਵਰਤੋਂ ਹੁੰਦੀ ਹੈ ਜੀ। ਰੀਠਾ, ਆਵਲਾ, ਸ਼ਿਕਾਕਾਈ, ਕਿਉਂਕਿ ਆਯੁਰਵੇਦ ਦਾ ਘਰ ਹੈ ਸਾਡਾ ਦੇਸ਼। ਅਰਥਾਤ ਦੁਨੀਆ ਦੇ ਵਿੱਚ ਰਜਿਸਟਰਡ ਕਰਕੇ ਯੋਗਾ ਰਜਿਸਟਰਡ, ਦੱਸ ਕਿਹਦਾ ਯੋਗਾ ਹੈ ਉਹ? ਰਜਿਸਟਰਡ ਕਰਕੇ ਇਹ ਗਰਮ ਤੇ ਠੰਡਾ ਯੋਗਾ ਜੀ, ਰਜਿਸਟਰਡ ਕਰਕੇ $200 ਲਈ ਜਾਂਦੇ ਨੇ ਗਰਮੈਸ਼ ਕਰਕੇ। ਤੇ ਯੋਗਾ ਹੈ ਕਿਹਦਾ? ਯੋਗਾ ਕਿੱਥੋਂ ਆਇਆ? ਆਯੁਰਵੇਦ ਕਿੱਥੋਂ ਆਇਆ? ਪਿੰਡਾਂ ਦੇ ਵਿੱਚ ਖਰਲ ਕਰਕੇ, ਮਾਮ ਜਿਸਤਿਆਂ ਦੇ ਵਿੱਚ ਕੁੱਟ-ਕੁੱਟ ਕੇ ਜੜੀ ਬੂਟੀਆਂ ਤੇ ਸੱਪਾਂ ਦੀਆਂ ਕੁੰਜਾਂ ਲਿਆ ਕੇ ਤੇ ਫਰੀ ਦਵਾਈਆਂ ਦਿੰਦੇ ਰਹੇ ਪਿੰਡ ਦੇ ਜਿੰਨੇ ਮਹੰਤ ਸੀ, ਪਿੰਡ ਦੇ ਜਿੰਨੇ ਵੈਦ ਸੀ। ਤੇ ਲੈ ਕੇ 10,000 ਕੀਲੇ ਰਾਮਦੇਵ ਨੇ ਹਰਿਦੁਆਰ ਦੇ ਕੋਲ ਗੱਡਤਾ ਮੋਰਚਾ। ਅਰਬਾਂ ਰੁਪਈਆ ਦਾ ਮਾਲਕ ਹੈ। ਦੋਨੇ ਹੀ ਜਾ ਕੇ ਜੰਗਲ ਦੇ ਵਿੱਚ ਪੱਤੇ ਜਿਹੇ ਦਿਖਾਈ ਜਾਂਦੇ ਆ, ਨਾਲੇ ਆਪ ਦਿਖਾਈ ਜਾਂਦਾ, ਨਾਲੇ ਦੂਜਾ ਜਿਹੜਾ ਚੇਲਾ ਜਿਹਾ ਕਾਲਾ ਜਿਹਾ ਉਹ ਦਿਖਾਈ ਜਾਂਦਾ। ਉਹ ਨਹੀਂ ਹੈ ਅੰਦਰ, ਤਾਂ ਮਸ਼ੀਨਾਂ ਚੱਲਦੀਆਂ, ਉਹਨੂੰ ਕੜੀ ਨੇ ਕੁੱਟ ਕੇ ਆਹ ਲਾ ਦਿਓ, ਆਹ ਲਾ ਦਿਓ, ਨਾ ਉਹ ਬਣੇ ਨਾ ਉਹ ਪੱਤਾ ਲੱਭੇ। ਆਯੁਰਵੇਦ ਸਾਡਾ ਸੀ ਤੇ ਚੱਕ ਕੇ ਕਮਰਸ਼ੀਅਲਾਈਜ਼ ਕਰਤਾ। ਗੱਡਤਾ ਮੋਰਚਾ ਲਿਆ ਕੇ ਬਾਹਰੋਂ ਚੀਜ਼ਾਂ ਆਪਣਾ ਲਾ ਕੇ ਉੱਪਰ ਮੋਹਰ ਤੋਰੀ ਜਾਂਦਾ। ਉਹ ਸਾਰਾ ਕੁਛ ਉੱਥੇ ਥੋੜਾ ਬਣਦਾ। ਦੇਸੀ ਘਿਓ, ਉਹ ਕਹਿੰਦਾ ਵੀ ਮੇਰੇ ਕੋਲ ਇਹ ਦੇਸੀ ਗਾਵਾਂ ਦਾ ਘਿਓ ਆ। ਦੇਸੀ ਗਾਂ ਕਿੱਥੇ? 2 ਕਿਲੋ ਦਾ ਦੁੱਧ ਦਿੰਦੀ ਆ, ਉਹ ਚੋਂ ਕਿਹੜਾ ਘਿਓ ਨਿਕਲ ਜੂ? ਤਨਾ ਚ ਘਿਓ ਵਿਕਦਾ ਦੇਸੀ ਉਹਦਾ। ਹਨੀ ਮਖਿਆਲ ਪਤਾ ਨਹੀਂ ਕਿੱਥੋਂ ਆਉਂਦਾ ਤੇ ਕਿੱਥੇ ਵੇਚੀ ਜਾਂਦਾ। ਸੋ ਇਹ ਚੰਪੂ ਸੀ ਜਿਹੜਾ, ਇਹ 1500 ਈਸਵੀ ਤੋਂ ਹੁੰਦਾ। ਪਟਨੇ ਦੇ ਸ਼ੇਖ ਦੀਨ ਮੁਹੰਮਦ ਨੂੰ ਜਿਹੜਾ ਇਹਦਾ ਸਿਹਰਾ ਜਾਂਦਾ ਸ਼ੈਂਪੂ ਦਾ।
ਸ਼ੇਖ ਦੀਨ ਮੁਹੰਮਦ ਦਾ ਜਨਮ 1759 ਦੇ ਵਿੱਚ ਪਟਨੇ ਹੋਇਆ ਤੇ ਨਾਈਏ ਪਰਿਵਾਰ ਦੇ ਵਿੱਚੋਂ ਸੀ, ਰਾਜਨ ਸੀ ਤੇ ਜੜੀਆਂ ਬੂਟੀਆਂ ਦੀਆਂ ਦਵਾਈਆਂ ਤੇ ਸਾਬਣ ਬਣਾਉਣ ਦੀ ਤਕਨੀਕ ਰੱਖਦਾ ਸੀ ਬਹੁਤ, ਤੇ ਚੰਪੀ ਦੇਣ ਦੀ ਕਲਾ 'ਚ ਮਾਹਰ ਸੀ। ਬਾਲਾਂ ਨੂੰ ਤੇ ਸਰੀਰ ਦੀ ਮਾਲਿਸ਼, ਚੰਪੀ ਸ਼ਬਦ ਹੈ ਉਹ, ਚੰਪੀ ਤੇ ਚੰਪੂ, ਮਾਲਿਸ਼ ਨੂੰ ਸ਼ਬਦ ਨੂੰ ਚੰਪੀ ਕਹਿੰਦੇ ਆ। ਤੇਲ ਬਣਾਉਂਦਾ ਤੇ ਲੋਕਾਂ ਦੀਆਂ ਮਾਲਿਸ਼ਾਂ ਕਰਦਾ। ਕੀ ਹੋਇਆ, ਫਰੰਗੀ ਦੀ ਨਿਗਾਹ ਪੈ ਗਿਆ 1800 ਦੇ ਵਿੱਚ ਟੱਬਰ ਨੂੰ ਨਾਲ ਲੈ ਕੇ ਜਵਾਕਾਂ ਨੂੰ ਇੰਗਲੈਂਡ ਲੈ ਕੇ ਪੂਰੇ। ਇੰਗਲੈਂਡ ਦੇ ਬ੍ਰਾਈਟਨ 'ਚ ਇੱਕ ਸਪਾ ਖੋਲਦਾ, ਉਹਦਾ ਨਾਂ ਰੱਖਿਆ ਮੁਹੰਮਦ ਬਾਥ। ਸ਼ੈਂਪੂ ਨਾਲ ਲੋਕਾਂ ਦੇ ਵਾਲ ਧੋਂਦਾ ਤੇ ਨਾਲ ਮਾਲਿਸ਼ ਕਰਦਾ, ਚੰਪੀ ਦਿੰਦਾ। ਬਸ ਉਹਦੀ ਚੰਪੀ ਮਸ਼ਹੂਰ ਹੋ ਗਈ। ਕਿੰਗ ਜਾਰਜ ਚੌਥੇ ਤੇ ਕਿੰਗ ਵਿਲੀਅਮ ਚੌਥੇ ਨੇ ਨਿੱਜੀ ਸ਼ੈਂਪੂ ਸਰਜਨ ਬਣਾਤਾ ਵੀ ਸਾਡੇ ਵਾਲ ਧੋ। ਚੰਪੀ ਮਸ਼ਹੂਰ ਹੋ ਗਈ। ਹਸਪਤਾਲ ਦੇ ਮਰੀਜ਼ ਉਹਨੂੰ ਰੈਫਰ ਹੁੰਦੇ। ਡਾਕਟਰ ਬ੍ਰਾਇਨ ਕਹਿਣ ਲੱਗ ਗਏ ਉਹਨੂੰ, ਸ਼ੈਂਪੂ ਨਾਂ ਦੀ ਕਿਤਾਬ ਲਿਖਤੀ। 1900 ਦੇ ਦਹਾਕਿਆਂ ਤੋਂ ਬਾਅਦ ਸ਼ੈਂਪੂ ਦਾ ਅਰਥ ਵਾਲਾਂ ਦੀ ਮਾਲਿਸ਼ ਤੋਂ ਬਦਲ ਕੇ ਵਾਲ ਕਲੀਨਰ ਦਾ ਹੋ ਗਿਆ। ਪਹਿਲਾਂ ਵਾਲਾਂ ਦੀ ਮਾਲਿਸ਼, ਚਮੜੀ ਨੂੰ ਤੇ ਵਾਲਾਂ ਨੂੰ ਤੇ ਸਰੀਰ ਨੂੰ ਮਾਲਿਸ਼ ਨੂੰ ਚੰਪੂ ਤੇ ਚੰਪੀ ਦਾ ਸ਼ਬਦ, ਹੁਣ ਇਹਨਾਂ ਦਾ ਸ਼ੰਪੂ ਹੋ ਗਿਆ, ਜਿਹੜਾ ਪੰਜਾਬੀਆਂ ਦਾ ਸ਼ੰਪੂ ਹੈ। ਇੱਥੋਂ ਚੱਲੀ ਗੱਲ। ਡਾਕਟਰ ਮੁਹੰਮਦ ਵੀ ਉਹਨੂੰ ਕਹਿਣ ਲੱਗ ਗਏ ਸੀ ਤੇ ਮੁਹੰਮਦ ਬਾਥ ਉਹਨੇ ਖੋਲਿਆ, ਲੈ ਗਏ, ਨਿਗਾਹ ਪੈ ਗਈ ਵੀ ਇਹ ਤਾਂ ਬੰਦਾ ਬਹੁਤ ਮਾਹਰ ਹੈ। ਤੇ ਫੇਰ ਉਹ ਵੀ ਰਾਇਲ ਟਾਈਪ ਹੋ ਗਿਆ। ਸਪਾ ਖੋਲਿਆ 1800 ਦੇ ਵਿੱਚ ਬ੍ਰਾਈਟਨ ਦੇ ਵਿੱਚ। ਤੇ ਫਿਰ ਕਿੰਗ ਜਾਰਜ ਚੌਥੇ ਦਾ ਤੇ ਕਿੰਗ ਵਿਲੀਅਮ ਚੌਥੇ ਦਾ ਨਿੱਜੀ ਸ਼ੈਂਪੂ ਸਰਜਨ ਬਣ ਗਿਆ। ਇਹ ਕਹਾਣੀ ਹੈ। ਬਸ ਜਿਹਦੀ ਗੱਲ ਸੂਤ ਬਹਿ ਗਈ, ਜਿਹੜੀ ਗੱਲ ਵਿਗੜ ਗਈ। ਬਸ ਇਹ ਸ਼ੈਂਪੂ ਤੇ ਚੰਪੂ ਦੀ ਕਹਾਣੀ ਹੈ ਜਿਹੜੀ ਤੁਹਾਨੂੰ ਸੁਣਾ ਦਿੱਤੀ। ਪ੍ਰੋਗਰਾਮ ਤੁਹਾਡੇ ਤੱਕ ਇੱਕ ਹੋਰ ਸੁਣਾਉਣੀ ਆ ਅੱਜ ਤੁਹਾਨੂੰ ਗੱਲ ਖਾਸ, ਬਈ ਜ਼ਿੰਦਗੀ ਦੇ ਮੂਹਰੇ ਪੈਸਾ ਕੀ ਹੁੰਦਾ। ਐਲਿਸਨ ਫੈਲਿਕਸ ਦੀ ਗੱਲ ਤੁਹਾਨੂੰ ਸੁਣਾਉਣੀ ਹੈ, ਜਿਹੜੀ ਕੁਈਨ ਆਫ ਟਰੈਕ ਜਿਹਨੂੰ ਕਿਹਾ ਜਾਂਦਾ। 2018 ਚ ਨਾਈਕੀ ਨੇ $170 ਬਿਲੀਅਨ ਦੀ ਪੂੰਜੀ ਵਾਲੀ ਦੇਖ ਲਓ ਕੰਪਨੀ ਹੈ, ਉਹਦੇ ਨਾਲ ਕਰਾਰ ਉਹਦਾ ਰੀਨਿਊ ਹੋਣਾ ਸੀ। ਉਹਨਾਂ ਦਿਨਾਂ 'ਚ ਵਿਆਹ ਕਰਾਇਆ। ਉਹ ਕਹਿੰਦਾ ਵੀ ਮੈਂ ਮਾਂ ਬਣਨਾ। ਉਹ ਕਹਿੰਦੇ ਵੀ ਤੂੰ ਇੱਕ ਚੀਜ਼ ਕਰ ਲੈ ਚੂਜ਼, ਜਾਂ ਜਵਾਕ ਤੇ ਜਾਂ ਕੈਰੀਅਰ, ਐਸਾ ਧੇਲਾ ਇੱਧਰੋਂ। ਉਹ ਕਹਿੰਦੇ ਨਾ ਛੱਡ, ਮੈਂ ਤੁਹਾਡਾ ਇਹ ਛੱਡੀ ਨਾ, ਤੁਹਾਡਾ ਕਰਾਰ, ਮੈਂ ਮਾਂ ਬਣਨਾ। ਐਲਿਸਨ ਨੇ ਆਫਰ ਠਕਰਾਤੀ। ਐਲਿਸਨ ਨੂੰ ਨਾਈਕੀ ਵਾਲੇ ਕਹਿੰਦੇ ਵੀ ਨਾ ਮਾਂ ਨਾ ਬਣੀ ਤੇ ਤੈਨੂੰ ਅਸੀਂ ਆ ਪੈਸੇ ਪੂਸੇ ਦੇਣੇ ਨੇ। ਉਹਨੇ ਐਥਲੀਟਾਂ ਦੇ ਨਾਲ ਕਰਾਰ ਕਰ ਲਿਆ, ਪੈਸੇ ਦਾ ਭਾਵੇਂ ਘੱਟ ਮੜੇ, ਪਰ ਮਾਂ ਬਣ ਗਈ। ਉਹ ਕਹਿੰਦਾ ਵੀ ਨਾ, ਮੈਂ ਤਾਂ ਤੁਸੀਂ ਰੱਖੋ ਪੈਸੇ ਆਪਣੇ। ਆਫਰ ਠਕਰਾਤੀ ਤੇ ਮਾਂ ਦੇ ਰੂਪ ਦੇ ਵਿੱਚ। ਉਹ ਕਹਿੰਦੇ ਵੀ ਠੀਕ ਹੈ, ਤੂੰ ਮਾਂ ਵੀ ਬਣੀ, ਘਰ ਵਾਲੀ ਜਿਵੇਂ ਮਰਜ਼ੀ ਤੂੰ ਕਰ, ਸਾਡੇ ਨਾਲ ਕਰ ਲਾ ਦਸਤਖਤ। ਤੇ 35 ਸਾਲਾਂ ਨੇ ਹੁਣ ਟੋਕੀਓ ਓਲੰਪਿਕਸ ਦੇ ਵਿੱਚ 10ਵਾਂ ਮੈਡਲ ਜਿੱਤਿਆ। ਤੇ ਓਲੰਪਿਕ ਦੇ ਵਿੱਚ ਮੈਡਲ ਜਿੱਤਣ ਵਾਲੀ ਅਮਰੀਕੀ ਜਿਹੜੇ ਖਿਡਾਰੀ ਕਾਰਲ ਲੂਇਸ ਦੀ ਬਰਾਬਰੀ ਕਰ ਲਈ। ਦੁਨੀਆ ਦੇ ਇਤਿਹਾਸ ਵਿੱਚ ਸਭ ਤੋਂ ਜ਼ਿਆਦਾ ਵਰਲਡ ਚੈਂਪੀਅਨਸ਼ਿਪ ਤੇ ਓਲੰਪਿਕ ਮੈਡਲ ਖੇਡਣ ਵਾਲੀ ਉਹ ਐਥਲੀਟ ਹੈ। ਤੇ ਉਹਦਾ ਇੰਨਾ ਅਸਰ ਹੋਇਆ, ਨਾਈਕੀ ਹੁਣ ਖੇਡਾਂ ਦੇ ਨਾਲ ਜਿੰਨੀਆਂ ਔਰਤਾਂ ਨਾਲ ਕਰਾਰ ਕਰਦੇ, ਉਹ ਕਹਿੰਦੇ ਮੈਟਰਨਿਟੀ ਲੀਵ 18 ਮਹੀਨੇ ਦੀ ਦੇਵਾਂਗੇ ਤੇ ਭੱਤੇ ਵੀ ਦੇਵਾਂਗੇ। ਇਸ ਤਰ੍ਹਾਂ ਹੈ, ਜਾਂ ਤੁਸੀਂ ਸਿਹਤ ਕਰਨੀ ਹੋਵੇ, ਇਹ ਐਲਿਸਨ ਫੈਲਿਕਸ ਦਾ ਜਿਹੜਾ ਇਹ ਮਾਣ ਹੈ, ਤੇ ਜਿਸ ਨੇ ਮਾਂ ਬਣ ਕੇ 35 ਵਰ੍ਹਿਆਂ ਦੀ ਉਮਰ ਦੇ ਵਿੱਚ ਜਿਹੜਾ ਤਮਗਾ ਜਿੱਤਿਆ। ਤੇ ਕੁਈਨ ਆਫ ਟਰੈਕ ਬਾਈ ਜੀ ਮੱਖਣ ਬੇਗਾ, ਉਹਨਾਂ ਨੇ ਇਹ ਜਾਣਕਾਰੀ ਭੇਜੀ। ਸੋ ਇਹ ਜਿਹੜੀ ਇਹ ਚੀਜ਼ਾਂ ਜਿਹੜੀਆਂ ਜ਼ਿੰਦਗੀ ਦੀਆਂ ਤੁਹਾਡੀਆਂ, ਠੀਕ ਆ, ਪੈਸਾ ਧੇਲਾ ਬਹੁਤ ਜ਼ਰੂਰੀ ਹੈ, ਪਰ ਜੇ ਤੁਸੀਂ ਕਹੋ ਸਾਰਾ ਕੁਛ ਇਹ ਪੈਸਾ, ਸਾਰਾ ਨਹੀਂ ਹੈ। ਕਹਾਣੀ ਇਸ ਤਰ੍ਹਾਂ ਸੇਧ ਪਾ ਦਿੰਦੇ ਆ ਬੰਦੇ। ਸਿੰਦਰ ਸਿੰਘ ਦਾਊ ਮਾਜਰੇ ਨੇ ਆਉਣਾ ਹਲੇ ਨਾਵਲ ਬਾਈ ਜੀ ਉਹਨਾਂ ਨੇ ਲਿਖਿਆ, ਇੱਕ ਨੇਤਰ, ਉਹਦਾ ਨਾਂ ਹੈ ਨੇਤਰ, ਪਹਿਲਾ ਨਾਵਲ ਹੈ ਤੇ ਹਲੇ ਛਪਣਾ, ਛਪ ਕੇ ਫਿਰ ਪਹੁੰਚੂ ਤੁਹਾਡੇ ਕੋਲ।
ਸਵੀਨਾ ਪ੍ਰਕਾਸ਼ਨ ਉਹਨਾਂ ਨੇ ਇਸ ਨੂੰ ਛਾਪਿਆ ਤੇ ਪ੍ਰਵੇਸ਼ ਸੰਧੂ ਹੋਣੀ ਉਹਨਾਂ ਨੇ ਆਪਣੀ ਬੇਟੀ ਦੇ ਨਾਂ ਤੇ ਇਹ ਸਵੀਨਾ ਪ੍ਰਕਾਸ਼ਨ ਸ਼ੁਰੂ ਕੀਤੀ ਹੋਈ ਹੈ ਤੇ ਹੁਣ ਬਾਈ ਦਾ ਨਾਵਲ ਆਊ ਉਹਦੇ ਵਿੱਚੋਂ ਪੜ੍ਹ ਕੇ ਤੁਹਾਨੂੰ ਸੁਣਾਇਆ ਕਰਾਂਗੇ ਕਹਾਣੀਆਂ ਬਣਾ ਕੇ ਪਿੰਡਾਂ ਦੀਆਂ ਕਹਾਣੀਆਂ ਸਾਡੇ ਏਰੀਏ ਦੀਆਂ ਮੈਨੂੰ ਪਤਾ ਹੈ ਕਾਹਦੇ ਤੇ ਬਾਈ ਨੇ ਛਾਪਿਆ ਤੇ ਬਹੁਤ ਸੂਤ ਆਊ ਕਹਾਣੀ ਦੇਖਿਓ ਉਹਦੀਆਂ ਕਹਾਣੀਆਂ ਦਾ ਮਾਜਰੇ ਦੀਆਂ ਤੁਹਾਨੂੰ ਸੁਣਾਇਆ ਕਰਾਂਗੇ ਆਉਣ ਵਾਲੇ ਦਿਨ ਬੁੱਧਵਾਰ ਦਾ ਦਿਨ ਆਪਣੇ ਲਈ ਖਾਸ ਹੁੰਦਾ ਤੇ ਖਬਰਾਂ ਇੱਕ ਦੋ ਖਾਸ ਤੁਹਾਨੂੰ ਸੁਣਾ ਦਈਏ ਤੇ ਫਿਰ ਆ ਲਾਇਸੈਂਸ ਪਲੇਟਾਂ ਵੱਲ ਚੱਲਦੇ ਆਟੋਵਾ ਨੇ 321 ਮਿਲੀਅਨ ਫਿੱਟ ਕਰਤਾ ਰੈਜ਼ੀਡੈਂਸ਼ੀਅਲ ਸਕੂਲ ਦੀਆਂ ਗ੍ਰੇਡਸ ਜਿਹੜੀਆਂ ਅਨਮਾਰਕ ਜਿੱਥੇ ਦੱਬੇ ਨੇ ਜਵਾਕ ਮੂਲ ਵਾਸੀਆਂ ਦੇ ਉਹ ਲੱਭਣ ਲਈ 321 ਮਿਲੀਅਨ ਕਰਤਾ ਤੇ ਸਪੋਰਟ ਸਰਵਾਈਵਰਸ ਪਰ ਤਿਆਰੀ ਹੈ ਵੋਟਾਂ ਦੀ ਤਿਆਰੀ ਕਰ ਲਓ ਮਤਲਬ ਝੱਗਾ ਝੁੱਗਾ ਸਮਾ ਲਓ ਤੇ ਦਸਤਾਰਾਂ ਲੈ ਲਓ ਮਹੀਨਾ ਪੈਣਾ ਇੱਕ ਬਸ ਤਿਆਰੀ ਚ ਕੰਮ ਤੇ ਜਿਵੇਂ ਟਰੂਡੋ ਸਾਹਿਬ ਸੋਚਦੇ ਆ ਵੀ ਮੈਜੋਰਟੀ ਐਤਕੀ ਚੱਕ ਦਿਆਂਗੇ ਸਵੀਪਿੰਗ ਹੋਏਗੀ ਇਸ ਤਰ੍ਹਾਂ ਦੇ ਚਾਂਸ ਘੱਟ ਰਹੇ ਨੇ ਲੋਕ ਪਾਲਿਸੀਜ਼ ਤੋਂ ਬਹੁਤ ਦੁਖੀ ਨੇ ਬਿਲ ਬੋਰਡ ਲੱਗ ਰਹੇ ਨੇ ਆਲੇ ਦੁਆਲੇ ਆਟਵਾ ਦੇ ਵਿੱਚ ਟੋਰਾਂਟੋ ਦੇ ਏਰੀਏ ਦੇ ਵਿੱਚ ਬਿਲ ਬੋਰਡ ਜਿਹੜੇ ਨੇ ਲੱਗਣੇ ਸ਼ੁਰੂ ਹੋ ਤੇ ਜਿਹਦੇ ਤੇ $1 ਖਰਬ ਦੇ ਘਾਟਿਆਂ ਵਾਲੀ ਗੱਲ ਹੈ ਜਿਹੜੀ ਉਹ ਲਿਖੀ ਹੈ ਟੋਰਾਂਟੋ ਬਿਲ ਬੋਰਡ ਕੈਂਪੇਨ ਜਿਹੜੀ ਸ਼ੁਰੂ ਹੋ ਗਈ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨੇ ਸ਼ੁਰੂ ਕੀਤੀ ਹੈ ਕ੍ਰਾਸ ਕੰਟਰੀ ਬਿਲ ਬੋਰਡ ਤੇ ਸੋਸ਼ਲ ਮੀਡੀਆ ਕੈਂਪੇਨ ਜਿਹੜੀ ਸ਼ੁਰੂ ਕੀਤੀ ਤੁਹਾਨੂੰ ਪਤਾ ਦੂਜੇ ਸ਼ੋਅ ਤੇ ਫ੍ਰੈਂਕੋ ਟੈਰਾਜ਼ੀਨੋ ਦੇ ਨਾਲ ਆਪਾਂ ਗੱਲ ਕੀਤੀ ਸੀ ਚੈਲੰਜ ਨਹੀਂ ਹੋਇਆ ਫ੍ਰੈਂਕੋ ਦਾ ਅੱਜ ਤੱਕ ਐਡੀਟੋਰੀਅਲ ਜਿਹੜਾ ਉਹਨੇ ਟੋਰਾਂਟੋ ਸਨ ਚ ਪਾਇਆ ਵੀ $1 ਟ੍ਰਿਲੀਅਨ ਦੇ ਘਾਟੇ ਚ ਦੇਸ਼ ਹੁਣ ਉਹਨਾਂ ਨੇ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨੇ ਕ੍ਰਾਸ ਕੰਟਰੀ ਜਿਹੜੀ ਬਿਲ ਬੋਰਡ ਦੀ ਤੇ ਸੋਸ਼ਲ ਮੀਡੀਆ ਕੈਂਪੇਨ ਸ਼ੁਰੂ ਕੀਤੀ ਆ ਵੀ $1 ਟ੍ਰਿਲੀਅਨ ਦਾ ਡੈਟ ਹੈ ਜਿਹੜਾ ਘਾਟੇ ਦਾ ਬਜਟ ਹੈ ਉਹ ਆਊਟ ਆਫ ਕੰਟਰੋਲ ਜਾ ਰਿਹਾ ਤੇ ਬਈ ਇਹ ਜਿਹੜਾ ਅਗਲਾ ਜਿਹੜਾ ਸਮਾਂ ਕਿਉਂਕਿ ਕੈਨੇਡੀਅਨ ਜਿਹੜੀ ਟੈਕਸਪੇਅਰ ਫੈਡਰੇਸ਼ਨ ਹੈ ਉਹ ਸਦਾ ਹੀ ਕੰਮ ਕਰਦੀ ਰਹਿੰਦੀ ਹੈ ਕੋਈ ਸਰਕਾਰ ਹੋਵੇ ਅਲਾਰਮਿੰਗ ਉਹਨਾਂ ਦਾ ਕੰਮ ਹੈ ਇਹ ਬਿਲ ਬੋਰਡ ਨੇ ਜਿਹੜੇ ਵੱਡੇ ਬੋਰਡ ਨੇ ਵੈਨਕੂਵਰ ਕੈਲਗਰੀ ਵਿਨੀਪੈਗ ਟੋਰਾਂਟੋ ਆਟਵਾ ਮੌਂਟਰੀਅਲ ਦੇ ਵਿੱਚ ਹੋਣੇ ਨੇ ਤੇ ਸੋਸ਼ਲ ਮੀਡੀਆ 'ਚ ਹੋਣੇ ਨੇ ਤੇ $1 ਟ੍ਰਿਲੀਅਨ ਦਾ ਹਿਸਾਬ ਫੈਡਰਲ ਗਵਰਨਮੈਂਟ ਦਾ ਜਿਹੜਾ ਡੈਟ ਹੈ ਉਹ 29,000 ਕੱਲੇ ਕੈਨੇਡੀਅਨ ਨੂੰ ਹਿੱਸੇ ਆਉਂਦਾ ਕਰੰਟ ਜਿਹੜੀ ਟ੍ਰੈਜੈਕਟਰੀ ਹੈ ਉਹਦੇ 'ਚ ਫੈਡਰਲ ਗਵਰਨਮੈਂਟ ਜਿਹੜੀ ਕਹਿੰਦੀ ਆ ਵੀ 2070 ਤੱਕ ਤੁਹਾਡਾ ਬੈਲੈਂਸ ਨਹੀਂ ਬਜਟ ਹੋਣਾ ਜਿਹੜਾ ਬਜਟ ਅਫੀਸਰ ਹੈ ਉਹਨੇ ਦੱਸਿਆ ਕਿ ਜਿਹੜਾ ਕਰਜ਼ੇ ਦਾ ਵਿਆਜ ਹੈ ਉਹ ਕੈਨੇਡੀਅਨਸ ਨੂੰ $3.8 ਟ੍ਰਿਲੀਅਨ ਤੱਕ ਕਾਸਟ ਕਰ ਸਕਦਾ ਇਹ $60,000 ਕੈਨੇਡੀਅਨ ਨੂੰ 2070 ਤੱਕ ਜਿਹੜਾ ਇਹ ਇਸੇ ਤਰ੍ਹਾਂ ਜੇ ਚੱਲਦਾ ਰਿਹਾ ਕਾਸਟ ਕਰੂ ਹੁਣ ਇਸ ਗੱਲ ਨੂੰ ਉਹ ਕਹਿੰਦਾ ਵੀ ਪੋਲੀਟੀਸ਼ੀਅਨਸ ਨੂੰ ਸਾਨੂੰ ਟੈਕਸ ਪੇਅਰਸ ਨੂੰ ਇਹ ਦੱਸਣਾ ਪਊ ਸੱਚ ਦੱਸਣਾ ਪਊ ਵੀ ਉਹ $1 ਟ੍ਰਿਲੀਅਨ $1 ਖਰਬ ਜਿਹੜਾ ਘਾਟਾ ਹੈ ਕਰਜ਼ਾ ਜਿਹੜਾ ਉਹਨੂੰ ਕਿਵੇਂ ਪੇ ਆਫ ਕਰਨਗੇ ਤੇ ਅੱਛਾ ਹੁਣ ਉਹ ਓਪਨਲੀ ਉਹ ਕਹਿੰਦਾ ਵੀ ਮੇਰੇ ਨਾਲ ਆ ਕੇ ਕਰ ਲਓ ਡਿਸਕਸ਼ਨ ਕੈਨੇਡੀਅਨ ਟੈਕਸਪੇਅਰ ਫੈਡਰੇਸ਼ਨ ਨਾਲ ਕਰ ਲਓ ਉਹਨੂੰ ਕੋਈ ਕਾਊਂਟਰ ਨਹੀਂ ਕਰ ਰਿਹਾ ਉਹ ਕਹਿੰਦਾ ਵੀ ਜਿਹੜਾ ਕਰਜ਼ੇ ਦਾ ਜਿਹੜਾ ਵਿਆਜ ਹੈ ਉਹ ਤੁਹਾਡਾ ਬਿਲੀਅਨਸ ਜਿਹੜੇ ਡਾਲਰ ਨੇ ਹੈਲਥ ਕੇਅਰ ਦੇ ਤੇ ਟੈਕਸ ਜਿਹੜੇ ਘਟਾਉਣੇ ਨੇ ਉਹ ਲੈ ਜਾਣਗੇ ਸਾਈਫਨ ਅਵੇ ਕਰ ਦੇਣਗੇ ਸੋ ਇਹ ਟੈਰਾਜ਼ੀਨੋ ਨੇ ਇਹ ਚੈਲੰਜ ਕੀਤਾ ਉਹ ਕਹਿੰਦਾ ਵੀ ਜਦ ਮਰਜ਼ੀ ਮੇਰੇ ਨਾਲ ਕੋਈ ਡਿਸਕਸ਼ਨ ਕਰ ਲਵੇ ਆਪਾਂ ਲਿਆਂਦਾ ਵੀ ਸੀ ਉਹਨਾਂ ਸ਼ੋਅ ਤੇ ਆਪਣੇ ਤੇ ਇੱਕ ਹੈਰਾਨੀ ਦੀ ਗੱਲ ਹੋ ਗਈ ਇਹ ਤੇ ਵੀ ਇਹ ਜਿਹੜੀ ਕਹਾਣੀ ਹੈ ਇਹ ਜਿਹੜਾ ਜਾਵਾਂਗੇ ਕਿੱਧਰ ਘਾਟੇ ਦੇ ਠੀਕ ਹੈ ਇਹ ਡਿਸਕਸ਼ਨ ਚੱਲਦੀ ਹੈ
ਜਿਹੜੇ ਜਿਹੜੇ ਇਸ ਸਰਕਾਰ ਦੇ ਹਾਮੀ ਨੇ ਉਹ ਕਹਿੰਦੇ $1 trillion ਆ ਇੱਥੋਂ ਪੂਰਾ ਹੋ ਜੂ। ਦੇਸ਼ ਦੇ ਵਿੱਚ ਬਹੁਤ ਹਲੇ ਧਾਂਤਾਂ ਪਈਆਂ ਨੇ, ਧਾਤ ਜਿਹੜੀ ਕੱਢ ਦੇਣਗੇ ਧਾਂਤ ਤੇ ਆਪਣਾ ਧਰਤੀ ਦੇ ਵਿੱਚੋਂ ਮੈਟਲਸ ਨਿਕਲਣਗੀਆਂ ਤੇ ਉਹਦੇ ਬਾਅਦ ਧਾਤਾਂ ਦੇ ਨਾਲ ਕਿਵੇਂ ਪੇ ਆਫ ਹੋਏਗਾ, ਕੀ ਨਿਕਲੂਗਾ ਇਹਦੇ ਚੋਂ। $1 trillion ਦਾ ਤੁਸੀਂ ਆਉਣ ਵਾਲੇ ਦਿਨਾਂ 'ਚੋਂ ਬਿਲ ਬੋਰਡ ਦੇਖੋਗੇ ਜਿਹੜੇ ਉਹ ਬਣਾ ਰਹੇ ਨੇ। ਮਾੜੀਆਂ ਖਬਰਾਂ ਜਿਹੜੀਆਂ ਉਹ ਭਾਈਚਾਰਾ ਵੱਡਾ ਹੋ ਗਿਆ ਤੇ ਕੋਈ ਨਾ ਕੋਈ ਆਉਂਦੀਆਂ ਰਹਿੰਦੀਆਂ। ਇਸ ਤਰ੍ਹਾਂ ਹੀ ਇੱਕ ਮੁੰਡਾ 21 ਵਰ੍ਹਿਆਂ ਦਾ ਅਨਾਇਤ ਵੀਰ ਸਿੰਘ ਸਿੱਧੂ, ਉਹ ਪਿਛਲੇ ਦਿਨੀ ਪੂਰਾ ਹੋ ਗਿਆ ਤੇ ਯੰਗ ਮੁੰਡਾ 21 ਵਰ੍ਹਿਆਂ ਦੀ ਉਮਰ, ਉਹਦੇ ਲਈ GoFundMe ਤੇ ਜਿਹੜਾ ਪਲੀਜ਼ ਆਪਾਂ ਸਾਰੇ ਰਲ ਕੇ ਕੋਸ਼ਿਸ਼ ਕਰੀਏ। ਅਨਾਇਤ ਵੀਰ ਉਹਦਾ ਨਾਮ ਹੈ। GoFundMe ਤੇ ਜੇ ਜਾਓ ਤੁਸੀਂ, help Anayat Veer's family see him one last time, ANAYAT ਅਨਾਇਤ ਵੀਰ ਉਹਦਾ ਨਾਮ ਮੁੰਡੇ ਦਾ। ਤੇ ਸਿੱਧੂ ਗੋਤ ਸੀ ਤੇ 21 ਸਾਲ ਦੀ ਉਮਰ ਦੇ ਵਿੱਚ ਇੰਟਰਨੈਸ਼ਨਲ ਸਟੂਡੈਂਟ ਸੀ, ਕੈਨੇਡਾ 'ਚ ਪੜ੍ਹਨ ਆਇਆ ਤੇ ਬਸ ਉਹ ਪਿਛਲੇ ਦਿਨ ਹੀ ਪੂਰਾ ਹੋ ਗਿਆ ਤੇ ਉਹਦਾ $35,000 ਦਾ ਖਰਚਾ ਜਿਹੜਾ ਗੋਲ ਹੈ ਕੁਛ ਉਹਦੀ ਬੋਡੀ ਵਗੈਰਾ ਭੇਜਣ ਦਾ, ਤੇ ਉਹਦੇ ਤੇ ਪਲੀਜ਼ GoFundMe ਤੇ ਜਾ ਕੇ ਆਪਾਂ ਪਲੀਜ਼ ਕੋਸ਼ਿਸ਼ ਕਰਿਓ ਕਿ ਆਪਾਂ ਮਦਦ ਕਰ ਸਕੀਏ ਪਰਿਵਾਰ ਦੀ। ਅਨਾਇਤ ਵੀਰ ਸਿੰਘ ਸਿੱਧੂ ਮੁੰਡੇ ਦਾ ਨਾਮ ਸੀ, 21 ਵਰ੍ਹਿਆਂ ਦਾ। ਕੀ ਬੁੱਝੇ ਹੁਣ, ਮਤਲਬ ਕੀ ਕਰੀਏ ਇਸ ਨੂੰ, ਕਿਵੇਂ ਇਸ ਨੂੰ ਜਿਹੜਾ ਕਿਵੇਂ ਇਹਦੀ ਜਸਟੀਫਿਕੇਸ਼ਨ ਕਰੀਏ, ਬੜਾ ਔਖਾ ਹੈ। ਇਹੀ ਚੀਜ਼ ਆਪਣੇ ਹੱਥ 'ਚ ਨਹੀਂ, ਬਸ ਬਾਕੀ ਸਭ ਹੱਥ। ਅੱਗੇ ਤੁਰਦੇ ਹਾਂ ਜੀ। ਪਰਮਜੀਤ ਸਿੰਘ ਜੀ ਕੀ ਕਹਿਣਾ ਚਾਹੁੰਦੇ? ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਜੀ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ, ਜਿਹੜੀ ਤੁਸੀਂ ਉਹ ਬੀਬੀ ਵਾਲੀ ਗੱਲ ਕਰਕੇ ਗਏ ਨਾ, ਬੀਬੀ ਫੈਲਿਕਸ ਉਹਦਾ ਲਾਸਟ ਨੇਮ ਹੈ ਕਿ ਪਹਿਲਾ ਨਾਮ ਸ਼ਰਮ ਹੈ ਨਾ? ਐਲੀਸਨ ਫਾਸਟਰ ਜੀ। ਹਾਂਜੀ ਹਾਂਜੀ, ਉਹ ਮੈਂ ਵੀ ਪੜ੍ਹੀ ਸੀ ਸਟੋਰੀ ਤੇ ਮੈਂ ਸ਼ੇਅਰ ਕੀਤੀ ਆ। ਉਹ ਬੜੀ ਦੇਖੋ ਵੀ ਕਿੱਡੀ ਹੌਸਲੇ ਵਾਲੀ ਉਹ ਹੈਗੀ ਆ, ਆਪਣਾ ਔਰਤ ਹੈ, ਲੇਡੀ ਹੈ, ਕੁੜੀ ਹੈ ਜਾਂ ਆਪਾਂ ਕਹਿ ਦਈਏ ਵੀ ਕਿੰਨਾ ਧੱਕਾ ਕਰ ਰਹੀ ਸੀ ਨਾਈਕੀ ਤੇ ਉਹਨੇ ਸਟੈਂਡ ਲੈ ਲਿਆ ਵੀ ਮੈਨੂੰ ਤਾਂ ਮੈਂ ਤਾਂ ਹਜੇ ਤੁਸੀਂ ਵੀ ਮੈਨੂੰ ਪੈਸੇ ਪੂਸੇ ਦੀ ਬੜੀ ਲੋੜ ਨਹੀਂ, ਮੈਨੂੰ ਤਾਂ ਸ਼ੌਕ ਹੈ ਵੀ ਮੈਂ ਸ਼ੌਕ ਵੀ ਰੱਖਣਾ ਤੇ ਮੈਂ ਬੱਚਾ ਵੀ ਬੱਚੇ ਨੂੰ ਵੀ ਜਨਮ ਦੇਣਾ। ਦੇਖੋ ਕਿੱਡੀ ਗੱਲ ਵਧੀਆ ਹੈ ਨਾ ਇਹ। ਉਹ ਜਿੱਤੀ ਆ ਫਿਰ। ਤੇ ਐਵੇਂ ਸਾਨੂੰ ਵੀ ਜੇ ਸਾਡੇ ਤੇ ਕੋਈ ਬਿਪਤਾ ਪਵੇ ਨਾ, ਜੇ ਕੋਈ ਇਹ ਜਿਹਾ ਸਾਡੇ ਮਨੁੱਖੀ ਅਧਿਕਾਰ ਕੋਈ ਹੋਵੇ ਤਾਂ ਸਾਨੂੰ ਵੀ ਮਤਲਬ ਐਂ ਡਟ ਕੇ ਖੜਨਾ ਚਾਹੀਦਾ। ਜਿਵੇਂ ਅਸੀਂ ਵੈਟਰਨਰੀਅਨ ਖੜੇ ਸੀ, ਤੁਹਾਨੂੰ ਯਾਦ ਹੋ ਅੱਜ ਤੋਂ 15 ਸਾਲ ਪਹਿਲਾਂ। ਬਿਲਕੁਲ ਭਾਵੇਂ ਸਾਨੂੰ ਜੌਬ ਕਰਨੀ ਪਈ ਬਾਹਰ ਕਹੇ ਕੈਲੀਫੋਰਨੀਆ, ਤੁਹਾਡੇ ਭਰਾ ਤੁਹਾਡੇ ਦੋਸਤੋਂ ਕੋਲ ਮੈਂ ਕੰਮ ਕੀਤਾ ਤੇ ਮਤਲਬ ਸਾਨੂੰ ਤੇ ਇਹਨਾਂ ਦੀ ਜੀਭ ਨਿਕਲ ਗਈ ਫਿਰਕਾ ਪ੍ਰਸਤਾਂ ਦੀ। ਆਪਣੇ ਵੀ ਫਿਰਕਾ ਪ੍ਰਸਤ ਨਾਲ ਲੱਗੇ ਵੀ ਸੀ ਉਹਨਾਂ ਦੇ ਵੀ ਹਾਂ ਇਹਨਾਂ ਨੂੰ ਨਾ ਇੱਥੇ ਟਿਕਟਾਂ ਇੱਥੇ ਨੂੰ ਲਾਇਸੈਂਸ ਨਾ ਮਿਲੇ ਵੀ ਅਸੀਂ ਸਾਡੀ ਮੌਜ ਨਾਲ ਸਰਦਾਰੀ ਚੱਲੂਗੀ। ਦੇਖੋ ਆਪਣੇ ਬੰਦੇ ਆਪਣਿਆਂ ਦੇ ਉਲਟ ਚੱਲ ਰਹੇ ਸੀਗੇ ਹਨਾ, ਤੇ ਅਸੀਂ ਉਹ ਜਿੱਤੇ। ਅਸੀਂ ਉਹ ਸਾਥੋਂ ਅਪੋਲੋਜਾਈਜ਼ ਵੀ ਕੀਤਾ, ਸਾਨੂੰ ਉਹਨਾਂ ਨੇ ਕੁਝ ਥੋੜਾ ਬਹੁਤਾ ਮੁਆਵਜ਼ਾ ਵੀ ਦਿੱਤਾ ਵੀ ਸਾਥੋਂ ਗਲਤੀ ਹੋਈ ਹੈ ਇਹ। ਤਾਂ ਸਾਨੂੰ ਐਵੇਂ ਹੀ ਲੜਨਾ ਚਾਹੀਦਾ। ਤੇ ਐਵੇਂ ਜਦੋਂ ਅਸੀਂ ਆਏ ਨਾ ਸਾਡੇ ਬੱਚੇ ਮਤਲਬ ਜਦੋਂ ਅਸੀਂ ਸੋਚਿਆ ਬੱਚਿਆਂ ਨੂੰ ਡਾਕਟਰ ਬਣਾਉਣਾ ਤੇ ਬਹੁਤ ਲੋਕ ਕਿਆ ਕਰਨ ਆਪਣੇ ਹੀ ਬੰਦੇ ਨਾ ਜੀ ਇਹ ਭੁੱਲ ਜਾਓ ਇੱਥੇ ਆਪਣੇ ਬੱਚਿਆਂ ਨੂੰ ਐਡਮਿਸ਼ਨ ਨਹੀਂ ਮਿਲਦੀ UBC 'ਚ, ਤਾਂ ਐਂ ਕਰਦੇ ਆ ਤਾਂ ਉਹ ਕਰਦੇ ਆ। ਤੇ ਮਤਲਬ ਪ੍ਰਮਾਤਮਾ ਦੀ ਕਿਰਪਾ ਨਾਲ ਤੇ ਜਿਹੜੀ ਸਾਡੇ ਬੱਚਿਆਂ ਦੀ ਮਿਹਨਤ ਦੇ ਨਾਲ ਦੋਨੇ ਬੱਚੇ ਇੱਥੋਂ UBC ਤੋਂ ਡਾਕਟਰ ਬਣੇ, ਜਿਹੜੇ ਕਹਿੰਦੇ UBC ਨੇੜੇ ਲੱਗਣੀ ਹੁੰਦੀ। ਤੇ ਉਸ ਤੋਂ ਬਾਅਦ ਹੋਰ ਬੱਚਿਆਂ ਨੂੰ ਵੀ, ਮੈਂ ਨਹੀਂ ਕਹਿੰਦਾ ਹੋਰ ਬੱਚਿਆਂ ਨੂੰ ਵੀ ਹੌਸਲਾ ਮਿਲਿਆ ਵੀ ਮਿਲ ਜਾਂਦੀ ਹੈ ਵੀ ਇੱਥੇ ਐਡਮਿਸ਼ਨ। ਸੋ ਇਹ ਸਾਨੂੰ ਮਤਲਬ ਇਹਨਾਂ ਗੱਲਾਂ ਵਿੱਚ ਨਹੀਂ ਰਹਿਣਾ ਚਾਹੀਦਾ ਵੀ ਆਹ ਨਹੀਂ, ਇਹ ਤਾਂ ਹੋਣਾ ਹੀ ਨਹੀਂ, ਹੋ ਹੀ ਨਹੀਂ ਸਕਣਾ। ਆਪਾਂ ਬਹੁਤ ਕੁਛ ਕਰ ਸਕਦੇ ਹਾਂ ਜੇ ਆਪਣਾ ਜਜ਼ਬਾ ਹੋਵੇ, ਆਪਣਾ ਹੌਸਲਾ ਹੋਵੇ, ਆਪਣੀ ਦਲੇਰੀ ਹੋਵੇ। ਜਿਵੇਂ ਓਲੰਪਿਕ 'ਚ ਆਪਾਂ ਮਤਲਬ ਕਿ ਢੇਰੀ ਢਾਹ ਕੇ ਬੈਠ ਜਾਂਦੇ ਵੀ ਹੁਣ ਨਹੀਂ ਸਾਡੀ ਹੱਥ 'ਚ ਕੁਛ ਆਉਣਾ। ਸੋ ਸਾਨੂੰ ਐਵੇਂ ਸਾਨੂੰ ਦਲੇਰੀ ਕਰਨੀ ਚਾਹੀਦੀ ਹੈ, ਸਾਨੂੰ ਹੌਸਲਾ। ਧੰਨਵਾਦ। ਥੈਂਕ ਯੂ। ਡਾਕਟਰ ਪਰਮਜੀਤ ਸਿੰਘ ਹੁਣੀ ਗੱਲਬਾਤ ਕਰ ਰਹੇ ਸੀ। ਬਿਲਕੁਲ ਠੀਕ ਹੈ, ਜਦ ਧੱਕਾ ਹੋਇਆ ਤਾਂ ਵੈਟਰਨਰੀਅਨ ਜਿੰਨੇ ਵੀ ਸੀ ਉਹਨਾਂ ਨੇ ਰਲ ਕੇ ਮਿਹਨਤ ਕੀਤੀ ਤੇ ਇਹ ਛੱਡ ਕੇ ਥੋੜਾ ਹੁੰਦਾ ਕੋਈ ਚੀਜ਼। ਤੁਸੀਂ ਜ਼ਿੰਦਗੀ ਦੇ ਨਿਸ਼ਾਨੇ ਸਿੰਨ ਕੇ ਫਿਰ ਤੁਰਦੇ ਹੋ। ਸਾਰੀਆਂ ਚੀਜ਼ਾਂ ਨਹੀਂ, ਸਾਰੇ ਲੋਕ ਸਾਰੀਆਂ ਚੀਜ਼ਾਂ ਵਧੀਆ ਨਹੀਂ ਕਹਿੰਦੇ।
ਹੁਣ ਆਵਾਂ ਮੈਂ ਗੱਲ ਤੇ ਅੱਜ ਦੇ ਵਿਸ਼ੇ ਤੇ। ਐਕਟਿਵ ਜਿਹੜੇ ਲੋਕ ਨੇ ਉਹ ਕਮਿਊਨਿਟੀ ਦੇ ਵਿੱਚ ਕੁਝ ਨਾ ਕੁਝ ਜਿਹੜਾ ਉਹ ਜਦ ਕੋਸ਼ਿਸ਼ ਕਰਦੇ ਨੇ ਬਈ ਗਲਤ ਨਾ ਕੁਝ ਵੀ ਹੋ। ਤੇ ਹੁਣ ਇਹ ਜਿਹੜਾ 5 ਸਾਲਾਂ ਤੋਂ ਇਹ ਜਵਾਕ ਸਾਡੇ ਉੱਥੋਂ ਆਏ, ਦੇਖੋ 70% 75% ਤਾਂ ਨੀਂਦ ਵੀ ਨਹੀਂ ਪੂਰੀ ਹੁੰਦੀ। ਕੋਈ ਸਕਾਈ ਟ੍ਰੇਨ 'ਚ ਸੁੱਤਾ ਪਿਆ, ਕੋਈ ਬੱਸ 'ਚ ਸੁੱਤਾ ਪਿਆ, ਸੜਕ ਤੇ ਤੁਰਿਆਂ ਆਉਂਦਿਆਂ ਨੂੰ ਦੇਖ ਕੇ ਮਨ ਗੱਚ ਭਰਦਾ ਹੈ। 20-22 ਵਰਿਆਂ ਦੇ ਜਵਾਕੜੀਆਂ ਨੇ ਤੇ ਜਾਂ ਕੋਈ 18-19-20 ਵਰਿਆਂ ਦੇ ਚੂੜਾ ਕੋਈ ਪਾਇਆ ਹੁੰਦਾ, ਉਹਦੇ ਤੋਂ ਵੀ ਮਨ ਨੂੰ ਐ ਹੁੰਦਾ ਵੀ ਇਹ ਵਿਚਾਰੀ ਕਿਸੇ ਕਾਰਨ ਕਰਕੇ ਇਹ ਕੁਛ ਨਾ ਕੁਛ ਕਿਸੇ ਦੀ ਵਿਕਟਮ ਹੈ, ਮਤਲਬ ਸਿਸਟਮ ਦੀ ਵਿਕਟਮ ਲਾ ਲਾ, ਕਿਸੇ ਪੈਸੇ ਵਾਲੇ ਦੀ ਕਿਸੇ ਨੇ ਵਰਕ ਪਰਮਿਟ ਵੇਚਤਾ, ਉਹ 'ਚ ਪੱਕੀ ਨਹੀਂ ਹੋਈ, ਪਤਾ ਨਹੀਂ ਕੀ ਕਹਾਣੀ ਹੋਣੀ। ਅੱਛਾ, ਹੁਣ ਉੱਥੇ ਹੀ ਅਮੀਰ ਜਿਹੜੇ ਜਵਾਕ ਨੇ, ਅਮੀਰ ਘਰਾਂ ਦੇ ਕਾਕੇ ਆਏ ਹੋਏ ਨੇ, ਬਹੁਤ ਆਏ ਹੋਏ ਨੇ ਤੇ ਆ ਰਹੇ ਨੇ। ਕਿਉਂਕਿ ਖੁੱਲੀ ਛੁੱਟੀ ਆ, ਤੁਸੀਂ ਘਰ ਲਾਓ ਬਾਹਰ ਲਾਓ, ਕੁਛ ਨਹੀਂ ਇੱਥੇ। ਉਹ ਕਹਿੰਦੇ ਆਉਣ ਦੋ ਪੈਸਾ, ਇੱਥੇ PR ਹੋਣ ਦੀ ਲੋੜ ਨਹੀਂ ਘਰ ਖਰੀਦਣ ਲਈ, ਤੁਸੀਂ ਆਓ। ਤੇ ਮਾੜਾ ਕੁਛ ਨਹੀਂ, ਦੇਸ਼ ਦੀ ਇਕਨੋਮੀ ਲਈ ਚੰਗਾ ਹੈ, ਪੈਸੇ ਲੋਕ ਲੈ ਕੇ ਆਉਂਦੇ ਨੇ। ਹਾਂ, ਕਈ ਇਸ ਨੂੰ ਘਰ ਮਹਿੰਗੇ ਹੁੰਦੇ ਨੇ, ਸਪਲਾਈ ਤੇ ਡਿਮਾਂਡ ਦੀ ਗੱਲ ਹੈ। ਉਹਦੇ 'ਚ ਹੁਣ ਦੁਨੀਆ ਦੇ ਵਿੱਚੋਂ ਇਨਵੈਸਟਰ ਆਉਂਦੇ ਨੇ, ਸਾਰੇ ਦੇਸ਼ਾਂ 'ਚ ਇਨਵੈਸਟਰ ਜਾਂਦੇ ਨੇ। ਉਹ ਤਾਂ ਦੇਸ਼ ਨੂੰ, ਦੇਸ਼ ਦੀਆਂ ਸਰਕਾਰਾਂ ਨੂੰ, ਸੂਬਿਆਂ ਨੂੰ, ਸਿਟੀ ਨੂੰ ਚਾਹੀਦਾ ਵੀ ਉਹ ਲੈਂਡ ਡਿਵੈਲਪ ਕਰਨ, ਮਲਟੀ ਫੈਮਿਲੀ ਤੇ ਹਾਈ ਡੈਂਸਿਟੀ ਕਰਨ। ਜੇ ਕਿਤੇ ਜ਼ਮੀਨ ਆ ਕੋਈ ALR 'ਚ ਘਰ ਦੇ ਸ਼ਹਿਰ ਦੇ ਵਿੱਚ ਪਈਆ ਨੂੰ ਕੱਢ ਦੇਣ 10-20 ਕਿੱਲਿਆਂ ਨੂੰ। ਉਹ ਵੀ ਅਮੀਰ ਕਢਾ ਹੀ ਲੈਂਦੇ ਨੇ ਵੀ ਇੱਥੋਂ ਕੱਢ ਦਿਓ ਸਾਡੀ ਨਾਲ, ਤੇ ਤੁਹਾਨੂੰ ਕਿਤੇ ਦੂਰ ਜਾ ਕੇ 200 ਕਿਲੋਮੀਟਰ ਪਰਾਂ ਜਾ ਕੇ 400-500 ਕਿੱਲੇ ਦੇ ਦਿੰਦੇ ਆ। ਸ਼ਹਿਰਾਂ ਦੇ ਵਿੱਚ ਕੱਢ ਲੈਂਦੇ ਨੇ, ਅਗਲਿਆਂ ਨੂੰ ਪਤਾ ਹੁੰਦਾ। ਸੜਕਾਂ ਦੇ ਉੱਪਰ ਦਿਨਾਂ ਦੇ ਵਿੱਚ ਅਗਲੇ ਐਗਰੀਕਲਚਰ ਲੈਂਡ ਨੂੰ ਕੱਢ ਕੇ ਬਣਾ ਲੈਂਦੇ ਆ। ਲੱਖਾਂ ਵਾਲੀ 5-5 ਮਿਲੀਅਨ ਦਾ ਏਕੜ ਹੋ ਜਾਂਦਾ, ਜਿਹਦਾ ਜ਼ੋਰ ਹੈ ਉਹ ਕਰਾ ਲੈਂਦੇ ਆ, ਉਹਨਾਂ ਨੂੰ ਪਤਾ। ਤੇ ਇਸ ਤਰ੍ਹਾਂ ਹੀ ਜਿਹੜੇ ਹੁਣ ਸੰਨ ਦੇ ਵਿੱਚ ਕਿਤੇ ਜ਼ਮੀਨ 20-50-100 ਏਕੜ ਪਈ ਹੈ, ਕੱਢ ਦੇਣ ਤੇ ਕਿਤੇ ਹੋਰ ਬਥੇਰਾ ਖਾਲੀ ਹੋ ਪਿਆ ਕੈਨੇਡਾ। ਉਹ ਜੀ ਰਿਜ਼ਰਵ ਹੈ ਜੀ, ਇਹ ਨਹੀਂ ਰਿਜ਼ਰਵ, ਆਮ ਲੋਕਾਂ ਲਈ ਹੈ, ਗਰੀਬਾਂ ਲਈ ਰਿਜ਼ਰਵ ਹੈ, ਵੱਡਿਆਂ ਲਈ ਰਿਜ਼ਰਵ ਨਹੀਂ ਹੈ। ਉਹ ਤਾਂ ਇਨਫਿਲ ਕਰ ਲੈਂਦੇ ਆ ਵੀ ਇੱਥੇ ਐਗਰੀਕਲਚਰ ਦੇ ਦਿਓ, ਤੁਹਾਨੂੰ ਹੋਪ ਤੋਂ ਪਰਲੇ ਬੰਨੇ ਪਹਾੜਾਂ ਦੇ ਵਿੱਚ 200 ਕਿੱਲਾ ਦੇ ਦਿੰਦੇ, ਨਾ ਕੋਈ ਗੱਲ ਨਾ ਕੋਈ ਬਾਤ। ਸੋ ਇਹ ਕਈ ਵਾਰ ਆਪਾਂ ਉਹਨਾਂ ਨੂੰ ਦੋਸ਼ੀ ਠਹਿਰਾਉਣ ਲੱਗਦਾ ਜੀ ਇਹ ਬਾਹਰਲੇ ਆਏ ਤਾਂ ਮਹਿੰਗੇ ਹੋ ਗਏ। ਸਸਤਾ ਕਦ ਹੋਇਆ? ਅੱਜ ਤੋਂ ਬਾਹਰਲੇ 20 ਸਾਲ ਪਹਿਲਾਂ ਤਾਂ ਨਹੀਂ ਸੀ ਆਏ। ਚਲਦੀ ਚੀਜ਼ ਮਹਿੰਗੀ ਹੋ ਗਈ। ਚਲੋ ਪਲੇਟਾਂ ਨੂੰ ਆਈਏ। ਸਿਹਰਤ ਸੱਜਣ ਭਾਈਚਾਰੇ ਦੇ ਐਕਟਿਵ ਨੇ, ਉਹਨਾਂ ਨੇ ਚਿੱਠੀ ਲਿਖੀ ICBC ਨੂੰ, ਮੈਨੂੰ ਈਮੇਲ ਦੀ ਉਹਦੀ ਕਾਪੀ ਭੇਜੀ ਹੈ। ਚਲੋ ਨਾ ਤਾਂ ਮੈਂ ਕੀ ਦੱਸਣਾ, ਡੇਵਿਡ ਈਬੀ ਨੂੰ ਕਰਤੀ ਉਹਨਾਂ ਨੇ ਜਿਹੜੀ CC। ਤੇ ਉਹ ਕਹਿੰਦੇ ਵੀ ਮੇਰੀ ਡਿਸਕਸ਼ਨ ਤੁਹਾਡੇ ਨਾਲ ਸਟਾਫ ਨਾਲ ਹੋਈ ਹੈ ਵੀ ਆਹ ਮੈਂ ਰਿਪੋਰਟ ਕਰਦਾ। ਉਹ ਕਹਿੰਦਾ ਜਿਹੜੀਆਂ ਪਲੇਟਾਂ ਨੇ ਇਹ ਕਬਜ਼ਾ ਵੀ ਜੇ ਨਾਲ ਵੀ ਲਿਖਿਆ, ਕਬਜ਼ਾ ਵੀ ਲਿਖਿਆ, ਨਾਲ ਉਸਦਾ ਆਨਸਰ ਕਰਕੇ ਭੇਜਿਆ, ਕਰਕੇ ਵੀ ਕਬਜ਼ਾ ਹੈ ਕੀ। ਕਬਜ਼ਾ ਹੈ ਲੈਂਡ ਕਬਜ਼ਾ। ਉਹ ਕਹਿੰਦਾ ਰੀਅਲ ਨੇਮ ਇਹਦਾ ਇਹ ਹੈ, ਤੇ ਲੈਂਡ ਜਾਂ ਪ੍ਰਾਪਰਟੀ ਜਿਹੜੀ ਰੀਅਲ ਓਨਰ ਦੀ ਫੋਰਸ ਨਾਲ, ਵਾਇਲੈਂਸ ਨਾਲ, ਗਨ ਦੇ ਪੁਆਇੰਟ ਤੇ ਇਹ ਖੋਹ ਲੈਣੀ ਆ, ਮੋਸਟਲੀ ਗੈਂਗਸਟਰ ਕਰਦੇ ਨੇ। ਤੇ ਹੁਣ ਟਰਮ ਜਿਹੜੀ ਉਹ ਲੈਂਡ ਕਬਜ਼ਾ ਹੈ, ਉਹਨੂੰ ਕਬਜ਼ੇ ਦੇ ਵਿੱਚ ਲੈ ਆਏ। KABJA ਜਾਂ ZA ਜਾਂ CA। ਹੁਣ ਕਈ ਕਬਜ਼ੇ ਵਾਲੀਆਂ C ਵਾਲੀਆਂ ਵੀ ਪਲੇਟਾਂ ਨੇ। ਅੱਛਾ, ਉਹ ਨੇ ਤਾਂ ਹੋਰ ਸਲੋਗਨ ਨੇ 1 ਤੋਂ 3 13 ਜੀਜਾ ਜਾਂ ਜੀਜਾ ਤੇਰਾ, ਜੀਜਾ ਜੀ, ਜੀਜਾ ਪ੍ਰਾਹੁਣਾ। ਇਹ ਉਹਨਾਂ ਨੇ ਫਿਰ ਪੰਜਾਬੀ ਦੱਸਿਆ ਟਰਮ 13 ਮਤਲਬ ਯੂ ਆਰ ਜੀਜਾ ਮੀਨਸ ਬ੍ਰਦਰ ਇਨ ਲਾ, ਸਿਸਟਰ's ਹਸਬੈਂਡ, ਪ੍ਰਾਹੁਣਾ ਮੀਨਸ ਬ੍ਰਦਰ ਇਨ ਲਾ, ਸਿਸਟਰ's ਹਸਬੈਂਡ। ਸਾਰਾ ਕੁਝ ਡੇਵਿਡ ਈਬੀ ਨੂੰ ਭੇਜਿਆ। ਤੇ ਉਹ ਕਹਿੰਦੇ ਵੀ ਇਹ ਸਲੋਗਨ ਦਾ ਮਤਲਬ ਇਹ ਆ ਵੀ ਤੇਰਾ ਜੀਜਾ ਮੈਂ ਮੀਨਸ ਤੇਰੀ ਭੈਣ ਨੂੰ ਮੈਂ ਵਿਆਹਿਆ ਹੋਇਆ, ਜਿਹੜਾ ਪੜ੍ਹਦਾ ਜਾਂ ਦਿਖਦਾ। ਉਹਦਾ ਵੀ ਲਿੰਕ ਭੇਜਤਾ, ਉਸ 'ਚ ਵੀ ਇਨਫੋਰਮੇਸ਼ਨ ਭੇਜਤੀ। ਉਹ ਕਹਿੰਦੇ ਵੀ ਬੰਦੇ ਉਹ ਲਿਖਦੇ ਨੇ, ਕਹਿੰਦੇ ਅਮੇਜ਼ਿੰਗ ਮੈਂ ਤਾਂ ਹੈ ਕਿ ਲਾਇਸੈਂਸ ਪਲੇਟਸ ਪਬਲਿਕ ਔਰ ਕਰਾਊਨ ਕਾਰਪੋਰੇਸ਼ਨ ਇਹਨਾਂ ਨੂੰ ਇਹ ਡਰਾਈਵਰਾਂ ਨੂੰ ਦੇ ਰਹੀ।
ਇਹ ਪਲੇਟ ਲੈ ਕੇ ਉਹ ਤੁਰੇ ਫਿਰਦੇ ਆ। ICBC ਉਹ ਕਹਿੰਦਾ ਮੈਂ ਵੀ ਇਹ ਵੀ ਅੰਡਰਸਟੈਂਡ ਕਰਦਾ ਵੀ ਤੁਸੀਂ ਲੋਕਾਂ ਨੂੰ ਸਲੋਗਨ ਦਾ ਨਹੀਂ ਪਤਾ ਲੱਗ ਰਿਹਾ ਹੈ ਕੀ ਹੈ, ਪਰ ਸਾਨੂੰ ਪਤਾ ਹੈ। ਅੱਛਾ, ਉਹ ਕਹਿੰਦੇ ਜੇ ਤੁਹਾਨੂੰ ਸਲੋਗਨ ਦਾ ਮਤਲਬ ਹੀ ਨਹੀਂ ਪਤਾ ਹੈ ਫਿਰ ਤੁਸੀਂ ਕਿਉਂ ਇਸ਼ੂ ਕਰਦੇ? ਡੂ ਨਾਟ ਇਸ਼ੂ ਦੈਟ। ਹੁਣ ਤਰਕ ਹੈ ਗੱਲ ਦੇ ਵਿੱਚ। ਇਹ ਕਹਿੰਦੇ 80% ਇੱਕ ਪਲੇਟਾਂ ਨੇ ਯੰਗਸਟਰ ਕਰਦੇ ਨੇ ਜਿਹੜੇ ਚਲਾਈ ਫਿਰਦੇ ਨੇ ਦੋਸਤਾਂ ਦੇ ਨਾਲ ਸਾਂਝੀਆਂ ਵੀ। ਤੇ ਉਹ ਕਹਿੰਦੇ ਵੀ ਨਾ ਉਹਨਾਂ ਦਾ ਕੋਈ ਟੱਬਰ ਦੇਖਦਾ ਇੱਥੇ, ਨਾ ਉਹਨਾਂ ਦਾ ਟੱਬਰ ਹੈ, ਲੋਕਾਂ ਨੂੰ ਪੜਾਉਂਦੇ ਆ। ਉਹ ਕਹਿੰਦਾ ਡੇਵਿਡ ਈਬੀ ਸਾਹਿਬ ਨੂੰ ਉਹ ਕਹਿੰਦੇ ਕਹਿੰਦੇ ਜਦ ਮੈਂ ਇਹ ਦੇਖੀਆਂ, ਕਹਿੰਦਾ ਮੈਂ ਆਪਣੇ ਇੰਸ਼ੋਰੈਂਸ ਬ੍ਰੋਕਰ ਨੂੰ ਪੁੱਛਿਆ ਤਾਂ ਵੀ ਕਿੰਨੇ ਦੀ ਬਣਦੇ? ਉਹ ਕਹਿੰਦਾ $100 ਦੀ, ਬਸ $40 ਐਨੂਅਲ ਰਿਨਿਊਅਲ ਫੀਸ ਆ, ਕੱਖ ਵੀ ਨਹੀਂ, ਬਹੁਤ ਚੀਪ। ICBC ਨੂੰ ਇਹਨੂੰ ਬਣਾਉਣ ਤੇ $100 ਤੋਂ ਵੱਧ ਖਰਚਾ ਹੁੰਦਾ। ਉਹ ਕਹਿੰਦਾ ਮੈਨੂੰ ਬੌਦਰ ਇਹ ਕਰਦਾ ਹੈ ਵੀ ਇਹ ਸਲੋਗਨ ਇੱਕ ਤਾਂ ਲਿਖੇ ਹੋਏ ਨੇ, ਫਿਰ ਦੂਜੀ ਪਬਲਿਕ ਦੀ ਇੰਸ਼ੋਰੈਂਸ ਪ੍ਰੀਮੀਅਮ ਤੁਸੀਂ ਵਧਾ ਰਹੇ ਹੋ, ਬੁਰੇ ਹਾਲ ਕਰ ਰਹੇ ਹੋ, ਤੇ ਇਹਨਾਂ ਨੂੰ ਤੁਸੀਂ $100 ਚ ਬਣਾ ਕੇ ਜਿਹੜੇ ਸਾਡੇ ਸਿਸਟਮ ਨੂੰ ਗਦਲਾ ਕਰ ਰਹੇ ਨੇ, ਜਿਹੜੇ ਸ਼ਬਦ ਸਾਨੂੰ ਪਤਾ ਸਾਨੂੰ ਮਾੜਾ ਲੱਗਦਾ। ਪਹਿਲੀ ਤਾਂ ਗੱਲ ਉਈਓ ਹੀ ਵੈਸੇ ਹੀ ਇਹ ਜਲੂਸ ਹੈ, ਅਕਲ ਦਾ ਜਨਾਜ਼ਾ ਆਪਣੇ ਦਾ। ਜਦ ਤੁਸੀਂ ਗਲਤ ਲਿਖਦੇ ਹੋ ਕਬਜੇ ਜੀ, ਨਾਗਣੀ ਜੀ, ਤੇਰਾ ਪ੍ਰਾਹੁਣਾ, ਤੇਰਾ ਜੀਜਾ, ਭਣੋਈਆ, ਇੱਕ ਭਣੋਈਆ ਲਿਖਾਈ ਫਿਰੇ ਵੀ ਜਿਵੇਂ ਆਪਣੇ ਘਰ ਦੇ ਵਿੱਚ ਕੋਈ ਪ੍ਰਾਹੁਣਾ ਨਹੀਂ ਹੁੰਦਾ ਤੇ ਤੁਸੀਂ ਉਹ ਭਣੋਈ ਹੋ ਕਿਸੇ ਦੀ, ਜਾਂ ਭਣੋਈਆ ਬਣਨਾ ਹੋ ਜਦ ਪਤਾ ਲੱਗਣਾ ਹੈ। ਉਹ ਕਹਿੰਦਾ ਵੀ ਇਹਦੀ ਫੀਸ ਕਿਉਂ ਨਹੀਂ ਕਰ ਸਕਦੇ $500 ਤੁਸੀਂ ਬਣਾਉਣ ਦੀ, ਤੇ $300 ਹੋਵੇ ਸਾਲ ਦਾ ਰਿਨਿਊਅਲ ਫੀਸ। ਜੇ ਕਿਸੇ ਨੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸੈਲੀਬ੍ਰਿਟੀ ਬਣ ਕੇ ਫਿਰਨਾ, ਫਿਰ ਦੇ ਦੇਵੇ $800, $500 ਦੀ ਕਰੋ ਪਲੇਟ ਇਸ਼ੂ ਤੇ $300 ਲਓ ਸਾਲ ਦਾ ਉਹਦੇ ਤੋਂ। ਜੇ ਕਿਸੇ ਨੂੰ ਗੋਤ ਦਾ ਸ਼ੌਕ ਆ ਇੰਨਾ ਤੇ ਪ੍ਰਾਹੁਣਾ ਬਣਦਾ ਸ਼ੌਕ ਆ, ਫਿਰ ਲੱਗੇ $1000। ਤੇ ਜਾਂ ਇਹ ਬਿਲਕੁਲ ਇਹਨਾਂ ਨੂੰ ਖਤਮ ਕਰੋ ਤੁਸੀਂ। ਇਹ ਜਿਹੜੀਆਂ ਫੈਂਸੀ ਪਲੇਟਸ ਬਣਾਉਂਦੀਆਂ ਇਹਨਾਂ ਦਾ ਖਤਮ ਕਰੋ ਇਹਨਾਂ ਨੂੰ। ਇਹ ਕਿਉਂ ਨਾ ਤੁਸੀਂ ਇਕੁਐਲਿਟੀ ਦੀ ਗੱਲ ਹੋਵੇ, ਇੱਕੋ ਜਿਹੀਆਂ ਪਲੇਟਾਂ ਹੁਣ ਕੁਛ ਨਹੀਂ ਹੈ, ਬਿਊਟੀਫੁਲ ਬ੍ਰਿਟਿਸ਼ ਕੋਲੰਬੀਆ ਤੋਂ ਵਧੀਆ ਕੋਈ ਪਲੇਟ ਨਹੀਂ ਤੁਸੀਂ ਲੈ ਸਕਦੇ। ਖਤਮ ਕਰੋ ਇਹਨੂੰ। ਦੋ ਸਟੈਂਡਰਡ, ਦੋ ਪਲੇਟਾਂ 'ਚ ਇੱਕ ਬਰਾਬਰ ਦੇ ਦੇਸ਼ 'ਚ, ਤੇ ਜਾਂ ਫਿਰ ਉਹਦੇ ਤੋਂ ਲਓ ਪੈਸਾ ਵੀ $500 ਭਾਈ ਲਵਾਂਗੇ, $300 ਲਵਾਂਗੇ ਰੀਨਿਊਇੰਗ ਦਾ, ਤੇ ਲੋਕ ਮਾੜਾ ਜਿਹਾ ਪਤਾ ਤਾਂ ਲੱਗੇ। ਇਹ ਜਿਹੜਾ ਕੁਛ ਚੱਲ ਰਿਹਾ ਆਪਣੇ ਬਹੁਤ, ਆਪਾਂ ਉਹਨਾਂ ਸੋਸ਼ਲ ਮੀਡੀਆ 'ਚ ਫੋਟੋਆਂ ਪਾ ਕੇ ਭੇਜਦੇ ਆ ਇੱਥੇ ਤੇ ਜਾਂ ਬਰੈਂਪਟਨ ਦੇ ਵਿੱਚ, ਬਾਕੀ ਸ਼ਹਿਰਾਂ 'ਚ ਤਾਂ ਘੱਟ ਗਿਣਤੀ ਆ, ਹੋ ਸਕਦਾ ਕੈਲਗਰੀ ਤੇ ਜਿਹੜੀ ਹੈ ਵਿਨੀਪੈਗ ਦੇ ਵਿੱਚ। ਅੱਛਾ, 80% ਜਵਾਕ ਬਹੁਤ ਕੰਮ ਕਰਦੇ। ਮੈਂ ਤੁਹਾਨੂੰ ਦੱਸਿਆ ਪਿਛਲੇ ਦਿਨੀ ਜਦ ਕੁਟਨੀ ਜਾ ਕੇ ਆਏ ਗ੍ਰੈਂਡ ਫੋਰਕਸ ਦੇ ਵਿੱਚ ਜਵਾਕ ਉੱਥੇ ਮਿਲੇ, ਐਡੇ ਚੰਗੇ ਜਵਾਕ, ਚੰਗਾ ਭਲਾ ਟਰੱਕ ਹੋ ਗਏ, 3-4 ਜਣਿਆਂ ਨੇ ਸਾਂਝਾ ਲਿਆ ਹੈ ਜੀ, ਮੱਥਾ ਟੇਕਣ ਓਲੀਵਰ ਨੂੰ ਚੱਲੇ ਆ, ਕੋਈ ਲਾਇਸੈਂਸ ਪਲੇਟ ਨਹੀਂ ਸੀ ਇਹ ਜੀ, ਵਧੀਆ ਸਾਊ ਜਵਾਕ। ਉੱਥੇ ਮਤਲਬ ਗੈਸ ਸਟੇਸ਼ਨਾਂ ਤੇ ਕੰਮ ਕਰਦੇ ਸੀ। ਕਿੱਥੇ ਆ ਜਗ੍ਹਾ ਤੇ ਇੱਥੋਂ ਛੱਡ ਕੇ ਉਹ ਕਹਿੰਦੇ ਇਸ ਤਾਂ ਮੌਜਾਂ ਕਰਦੇ ਆ, ਫਿਕਰੇ ਹੈ ਨਹੀਂ ਕੋਈ। ਇੱਕ ਸੈਟ ਆਫ ਲਾਈਟਸ ਆ ਸਾਰੇ ਸ਼ਹਿਰ ਦੇ ਵਿੱਚ ਤੇ ਨਾਲ ਨਾਲ ਵਸੇ, ਤੇ ਇੱਕ ਦੂਜੇ ਨੂੰ ਸਾਰੇ ਪਿਆਰ ਕਰਦੇ, ਕੋਈ ਸਾਨੂੰ ਕਿਸੇ ਨੇ ਤੰਗੀ ਨਹੀਂ ਕੀਤੀ, ਕਿਸੇ ਨੇ ਕੋਈ ਬੋਲਿਆ ਨਹੀਂ ਸਾਨੂੰ। ਇਹ ਜਿਹੜੀਆਂ ਲਾਇਸੈਂਸ ਪਲੇਟਸ ਜਿਹੜੀਆਂ ਗੰਦਗੀ ਹੈ, ਇਹਨਾਂ ਦਾ ਕੋਈ ਬੰਨ ਸੁਧ ਸਰਕਾਰ ਨੂੰ ਕਰਨਾ ਚਾਹੀਦਾ ਕਿ ਨਹੀਂ? 1844 247 1550 ਵਪਾਰਕ ਸਟੇਸ਼ਨ ਤੋਂ ਬਾਅਦ ਤੁਹਾਡੀਆਂ ਕਾਲ। ਸੁਖੀ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ ਗਿੱਲ ਸਾਹਿਬ। ਸਤਿ ਸ਼੍ਰੀ ਅਕਾਲ ਵੀਰ ਜੀ। ਹਾਂਜੀ ਗਿੱਲ ਸਾਹਿਬ, ਦੇਖੋ ਇਹ ਤਾਂ ਨਾ ICBC ਨੇ ਚਲੋ ਸ਼ੁਰੂ ਕੀਤਾ ਸੀਗਾ ਵੀ ਤੁਸੀਂ ਆਪਣੇ ਲਾਸਟ ਨੇਮ ਦੀ ਹੈ ਨਾ ਪਲੇਟ ਲੈ ਲਓ, ਵੀ ਉਹਦੇ ਨਾਲ ਚਲੋ ਤੁਹਾਨੂੰ ਇਹ ਹੈਗਾ ਵੀ ਤੁਸੀਂ ਉਹਦੀ ਪੈਸੇ ਪੇ ਕਰਦੇ ਹੋ ਆਪਣੇ ਈਅਰ ਦੀ ਕਾਸਟ ਹੁੰਦੀ ਆ ਜਾਂ ਮੰਥ ਦੀ ਉਹਦੀ,
ਪਰ ਦੇਖਿਆ ਜਾਵੇ ਜਦੋਂ ਦਾ ਆਪਾਂ ਨਾ ਮਤਲਬ ਸਟੂਡੈਂਟ ਆਇਆ, ਇਹਨਾਂ ਨੇ ਮਤਲਬ ਪਲੇਟਾਂ ਦੇ ਨਾਂ ਤਕਰੀਬਨ ਲੈ ਕੇ ਉਹਦੇ ਵਿੱਚ ਹੁਣ ਕਈਆਂ ਦੀ ਮੈਂ ਦੇਖਦਾ ਨਾ PK ਤੁੰਨ ਜਾਂ ਜਿਹੜੇ ਤੁਸੀਂ ਆਪਣੇ ਜ਼ਿਕਰ ਕੀਤਾ ਹੈਗਾ। ਸੋ ਇਹ ਕਾਫੀ ਮਤਲਬ ਕਿ ਆਪਾਂ ਇਹਦੇ ਵਿੱਚ ਕੋਈ ਹੈ ਨਹੀਂਗਾ ਵੀ ਇੱਕ ਦੂਜੇ ਨੂੰ, ਮੇਰੇ ਹਿਸਾਬ ਦੇ ਨਾਲ ਤਾਂ ਇਹ ਆ ਜੀ ਆਪਾਂ ਸ਼ੋਅ ਕਰਦੇ ਆ ਵੀ ਅਸੀਂ ਆਪਣੇ ਸਰਦਾਰਾਂ ਦੇ ਪੁੱਤ ਨਹੀਂ ਲੱਗਦੇ, ਆਪਾਂ ਮਤਲਬ ਕਹਿ ਸਕਦੇ ਆ ਨਾ। ਸੋ ਬਾਕੀ ਹੈਗਾ ICBC ਨੂੰ ਇਹ ਤਾਂ ਬੰਦ ਹੀ ਕਰ ਦੇਣਾ ਚਾਹੀਦਾ ਜੀ ਆਪਣੇ, ਮਤਲਬ ਕਿ ਜਾਂ ਇਹਦੀ ਫਿਰ ਜਿੱਦਾਂ ਤੁਸੀਂ ਦੱਸਿਆ ਫੀਸ ਵੱਧ ਹੋਣੀ ਚਾਹੀਦੀ ਆ। ਸੋ ontario ਦੇ ਵਿੱਚ ਵੀ ਤੁਸੀਂ ਦੇਖ ਲਓ, ਆਪਣੇ ਸਰੀ ਦੇ ਵਿੱਚ ਤਾਂ ਮਤਲਬ ਕਿ ਬਾਹਲਾ ਹੀ ਜਿੱਦਾਂ ਹੋ ਗਿਆ। ਸੋ ਇਹ ਮਤਲਬ ਕਿ ਆਮ ਉਹਦਾ ਜਿੰਨਾ ਚਿਰ ਉਹਦਾ ਆਪਾਂ ਨੂੰ ਪਤਾ ਨਹੀਂ ਹੈਗਾ, ਮੀਨਿੰਗ ਨਹੀਂ ਪਤਾ, ICBC ਨੂੰ ਇਸ਼ੂ ਨਹੀਂ ਕਰਨੇ ਚਾਹੀਦੇ ਆ, ਕਿਉਂਕਿ ਇਹ ਆਪਾਂ ਨੂੰ ਤਾਂ ਪਤਾ ਵੀ ਇਹਦਾ ਮਤਲਬ ਕੀ ਹੈਗਾ, ਪਰ ਉਹਨਾਂ ਨੂੰ ਨਹੀਂ ਨਾ ਪਤਾ। ਉਹਨਾਂ ਨੂੰ ਜੇ ਉਹਨਾਂ ਨੂੰ ਜਿਹੜੇ 6 ਅੱਖਰ ਉਹਨਾਂ ਨੇ ਦਿੱਤੇ, ਉਹਨਾਂ ਨੇ ਹਾਂ ਵੀ ਠੀਕ ਆ ਜੀ, ਨਹੀਂ ਪਹਿਲਾਂ ਹੈਗੇ ਤਾਂ ਤੁਹਾਨੂੰ ਦੇ ਦੇਣੇ ਉਹਨਾਂ ਨੂੰ ਤਾਂ ਆਪਣੇ ਪੈਸੇ ਨਾਲ ਮਤਲਬ ਆ ਜੀ। ICBC ਉਹਨਾਂ ਨੂੰ ਇਹਦਾ ਸਲੋਗਨ ਦਾ ਜੇ ਮਤਲਬ ਨਹੀਂ ਪਤਾ, ਉਹਨਾਂ ਨੂੰ ਇਹਦੀ ਕੋਈ ਪਰਵਾਹ ਨਹੀਂ ਹੈਗੀ। ਸੋ ਇਹ ਮੇਰੇ ਹਿਸਾਬ ਦੇ ਨਾਲ ਤਾਂ ਬੰਦ ਹੀ ਹੋਣਾ ਚਾਹੀਦਾ ਜੀ। ਬਿਲਕੁਲ ਜੀ, ਇਹ ਇੱਕ ਹੁਣ ਇਸ਼ੂ ਹੈ ਜਿਹੜਾ ਸਾਹਮਣੇ ਹੈ ਤੁਹਾਡੇ, ਇਹ ਇੱਕ ਕੰਸਰਨ ਹੈ। ਚੰਗਾ ਨਹੀਂ ਲੱਗਦਾ, ਉਹ ਦੇਖਣ ਨੂੰ ਚੰਗਾ ਨਹੀਂ ਲੱਗਦਾ ਯਾਰ ਜਦ ਤੁਸੀਂ ਕਰਦੇ ਆ। ਹੁਣ ਉਹ ਇੱਕ ਉਹ 'ਚ ਵੱਡਾ ਕੰਮ ਇਹ ਆ ਵੀ ਸਸਤਾ ਹੈ। ਜਦੋਂ ਸਸਤਾ ਹੈ ਤਾਂ ਉਹਨੂੰ ਹਰੇਕ ਬਣਾਈ ਜਾਂਦਾ। $100 ਨੂੰ ਕੀ ਲੱਗਦਾ, $100 ਦਾ ਕੱਖ ਵੀ ਨਹੀਂ। $30 ਨੇ ਜਿਹੜੇ ਉਹਨੂੰ ਰੀਨਿਊ ਕਰਾਉਣ ਦੇ, ਤੇ ਆਪਣਾ ਚੱਕੀ ਚੱਲੋ ਕੰਮ। ਹਾਂਜੀ, ਤੇ ਜੇ ਉਹਦੀ ਦੂਜੇ ਬੰਨੇ ਇਹ ਵੀ ਹੈਗਾ। ਥੈਂਕ ਯੂ ਸੁਖੀ ਜੀ, ਥੈਂਕ ਯੂ। ਜੇ $400 ਉਹਦੇ ਤੇ ਲਾਇਆ ਹੋਵੇ ਤਾਂ ਫਿਰ ਥੋੜਾ ਜਿਹਾ ਪਤਾ ਵੀ ਲੱਗੇ ਗਾਹ ਨੂੰ ਵੀ ਕੀ ਕਰਨਾ ਹੈ, ਕੀ ਬਣਾਉਣਾ ਹੈ, ਕਿਸ ਤਰ੍ਹਾਂ ਕਰਨਾ ਹੈ। ਉਹ ਸਸਤਾ ਕਰਕੇ ਚਲੋ, ਖੈਰ ਉਹਨਾਂ ਨੇ ਪਤਾ ਨਹੀਂ ਇਹਨੂੰ ਕਸਟਮਾਈਜ਼ ਫੈਮਿਲੀ ਨੇਮ ਕਰਕੇ ਵਗੈਰਾ ਕੁਛ ਕਰਦੇ ਹੋਣਗੇ, ਕਿਸੇ ਨੂੰ ਆਪਣੇ ਨਾਂ ਦੀ, ਫੈਮਿਲੀ ਨਾਂ ਦੀ, ਕੋਈ ਹੋਰ ਸਲੋਗਨ ਦੀ, ਜਿਹੜਾ ਚੰਗਾ ਹੋਵੇ ਲੈ ਲਓ ਤੁਸੀਂ। ਪਰ ਆ ਜਿਹੜਾ ਗਲਤ ਚੀਜ਼ਾਂ ਜਿਹੜੀਆਂ ਪ੍ਰਾਹੁਣਾ ਜੀ ਤੇ ਜੇ, ਤੇ ਉਹ ਦੇਖਣ ਨੂੰ ਭੈੜੀ ਲੱਗਦੀ ਹੈ ਯਾਰ। ਪੜ੍ਹਦੀ ਉਹ ਹੁਣ ਉਮਰ ਹੈ ਜਿਹੜੀ, ਉਹਨਾਂ ਨੂੰ ਤਾਂ ਇਹ ਮਹਿਸੂਸ ਨਹੀਂ ਹੁੰਦਾ। ਤੇ ਚਲੋ ਉਹਨਾਂ ਦੀ ਗਲਤੀ ਵੀ ਹੈ, ਉਹਦੇ ਵਿੱਚ ਹੁਣ ਕੁਛ ਨਹੀਂ, ਇਹ ਫੁਕਰਪਣਾ ਹੈ, ਠੋਕ ਕੇ ਕਰਦੇ ਨੇ। ਪਰ ਸਰਕਾਰਾਂ ਨੂੰ ਹੁਣ ਜਿਹਨੂੰ ਪਤਾ ਨਹੀਂ ਪੰਜਾਬੀ ਦੇ ਸ਼ਬਦ ਦਾ, $100 ਦੇ ਕੇ ਕਰੀ ਜਾਂਦੇ ਨੇ, ਬਣਾਈ ਜਾਂਦੇ ਨੇ। ਪਰ ਐਕਟਿਵਲੀ ਜੇ ਲਿਖਿਆ ਜਾਵੇ, DBB ਉਹਨਾਂ ਨੂੰ ਲਿਖਿਆ ਜਾਵੇ, ਬਣਾ ਦਿਓ, ਦੇ ਦਿਓ ਪੈਸੇ, ਪਰ ਲੈ ਲਓ $500, ਉਹਨੂੰ ਕਹੇ ਲਿਖ ਲਾ ਤੁੰਨ, ਤੇ ਲਿਖੀ ਚੱਲ, ਜਿਹੜਾ ਕੋਈ ਮਰਜ਼ੀ ਲਿਖਾਈ ਚੱਲ, ਜੀਜੇ ਬਣੀ ਚਲੋ, ਪ੍ਰਾਹੁਣੇ ਬਣੀ ਚਲੋ, ਗੱਲਾਂ ਦੇ ਨਾਲ ਜਿਹੜਾ ਕੋਈ ਮਰਜ਼ੀ ਬਣੀ ਚੱਲ। ਪਰ ਇਹਨੂੰ ਜਿਹੜਾ ਥੋੜਾ ਜਿਹਾ ਸੱਭਿਅਕ ਹੋਵੇ, ਜਾਂ ਤੁਸੀਂ ਯਾਰ ਲੋਕਾਂ ਦੇ ਵਿੱਚ ਵਿਚਰਨਾ ਹੈ, ਲੋਕਾਂ 'ਚ ਤੁਸੀਂ ਗੱਡੀ ਲਈ ਫਿਰਦੇ ਹੋ, ਤੇ ਪਰ ਉਹਨੂੰ ਮੇਰੇ ਖਿਆਲ ਕੁਛ ਨਾ ਕੁਛ ਬਦਲਾਅ ਚਾਹੀਦਾ। ਸਾਹਿਬ ਮਨਵੀਰ ਸਿੰਘ, ਹੈਲੋ ਮਨਵੀਰ, ਸਤਿ ਸ਼੍ਰੀ ਅਕਾਲ ਮਨਵੀਰ। ਹਾਂਜੀ, ਮੈਂ ਕਿਹਾ ਜਿਹੜੀ ਇਹ ਪਲੇਟ ਹੁੰਦੀ ਹੈ, ਜਦੋਂ ਮੈਂ ਪਹਿਲਾਂ ਤੋਂ ਦੱਸ ਦਵਾਂ ਜੀ, ਮੇਰੇ ਕੋਲ ਵੀ 3 ਗੱਡੀਆਂ ਤੇ ਹੈਗਾ, ਤੇ ਮੈਂ ਉਹ ਆਪ ਕਰਦਾ, ਪਰ ਕੋਈ ਏਦਾਂ ਦਾ ਕੋਈ ਵਲਗੈਰਿਟੀ ਜਾਂ ਕੁਛ ਏਦਾਂ ਦਾ ਸਿਸਟਮ ਨਹੀਂ ਹੈਗਾ। ਇਹ ਤੁਹਾਨੂੰ ਇੱਕ ਪ੍ਰਿਵਿਲੇਜ ਦਿੰਦੇ ਨੇ, ਤੁਸੀਂ ਆਪਣੇ ਆਪ ਚੂਜ਼ ਕਰਕੇ ਤੁਸੀਂ ਆਪਣੀ ਨੰਬਰ ਪਲੇਟ ਰੱਖ ਸਕਦੇ ਹੋ। ਚਲੋ, ਇਹ ਜਦੋਂ ਵੀ ਆਪਾਂ ਅਪਲਾਈ ਕਰਦੇ ਹਾਂ ਨਾ, ਆਪਾਂ ਨੂੰ 5 ਤਰ੍ਹਾਂ ਦੇ 5 ਮਤਲਬ ਆਪਾਂ ਨੂੰ ਸਲੋਗਨ ਦੇਣੇ ਪੈਂਦੇ ਨੇ, ਤੇ ਨਾਲ ਉਹਨਾਂ ਦੀ ਐਕਸਪਲੇਨੇਸ਼ਨ ਦੇਣੀ ਪੈਂਦੀ ਹੈ ਰਾਈਟ ਹੈਂਡ ਸਾਈਡ ਤੇ। ਅੱਛਾ, ਜੇ ਉਹ ਐਕਸਪਲੇਨੇਸ਼ਨ ਗਲਤ ਦੇ ਰਹੇ ਨੇ ਤਾਂ ਫਿਰ ਉਹ ਕਹਿ ਹੁੰਦੇ ਨੇ ਲਾਈ ਕਰਨ ਦਾ ਇੱਕ ਕੇਸ ਬਣਦਾ ਇਹਨਾਂ ਦਾ, ਫਿਰ ICBC ਨੂੰ ਝੂਠ ਬੋਲਣ ਦਾ। ਜੇ ਤੁਸੀਂ ਮੰਨ ਲਓ ਕੋਈ ਵੀ ਆਪਾਂ ਇੰਸ਼ੋਰੈਂਸ ਕਰਾਉਣੇ, ਇੱਕ ਤਰ੍ਹਾਂ ਦੀ ਇੰਸ਼ੋਰੈਂਸ ਹੀ ਰਿਨਿਊ ਹੋ ਰਹੀ ਆ, ਇੰਸ਼ੋਰੈਂਸ ਰਿਨਿਊ ਕਰਾਉਣ ਲੱਗੇ ਜੇ ਆਪਾਂ ਕੁਝ ਝੂਠ ਬੋਲਦੇ ICBC ਨੂੰ ਆਪਣੀ ਇੰਸ਼ੋਰੈਂਸ ਘਟਾਉਣ ਵਾਸਤੇ, ਵੀ ਮੰਨ ਲਓ ਕਿ ਮੈਂ ਗੱਡੀ ਚਲਾਉਣਾ, ਜਦ ਕਿ ਚਲਾ ਮੇਰੀ ਵਾਈਫ ਰਹੀ ਆ, ਇੰਸ਼ੋਰੈਂਸ ਘਟਾਉਣ ਵਾਸਤੇ, ਤਾਂ ਉਹਦਾ ਕਲੇਮ ਨਹੀਂ ਮਿਲਦਾ। ਜੇ ਨੰਬਰ ਪਲੇਟ ਦਾ ਬਿਨਾਂ ਉਹ ਆਪਣਾ ਕਹਿੰਦੇ ਨੇ ਬਿਨਾਂ ਐਕਸਪਲੇਨੇਸ਼ਨ ਸਹੀ ਦਿੱਤੇ, ਫਿਰ ਉਹ ਕਲੇਮ ਤਾਂ ਉਦੋਂ ਵੀ ਨਹੀਂ ਮਿਲਣਾ ਚਾਹੀਦਾ ਮੇਰੇ ਹਿਸਾਬ ਨਾਲ ਤਾਂ। ਸੋ ਜਦ ਤੁਸੀਂ ਇਹ ਕਰਦੇ ਹੋ ਅਪਲਾਈ, ਜਿਵੇਂ ਤੁਸੀਂ ਲਈਆਂ ਪਲੇਟਾਂ, ਚਲੋ ਤੁਸੀਂ ਆਪਣਾ ਬਿਜ਼ਨਸ ਪ੍ਰਮੋਟ ਕਰਨ ਲਈ ਕੋਈ ਬਿਜ਼ਨਸ ਦੇ ਨਾਂ ਨਾਲ ਲੈ ਲਈਆਂ, ਪਰ ਜੇ ਤੁਸੀਂ ਗਲਤ ਦਿੰਦੇ ਹੋ ਇਨਫੋਰਮੇਸ਼ਨ, ਇਹਦਾ ਮਤਲਬ ਤੁਸੀਂ ਇਨਫੋਰਮੇਸ਼ਨ ਗਲਤ ਦੇ ਰਹੇ ਹੋ ਉੱਥੇ। ਬਿਲਕੁਲ ਬਿਲਕੁਲ, ਜਿਹੜਾ ਆਪਾਂ ਹੁਣ ਨਾਰਮਲੀ ਆਪਾਂ ਅੱਜ ਜਿਹੜਾ ਹੁਣ ਦਾ ਰੂਲ ICBC ਦਾ, ਵੀ ਜੇ ਜਿਹੜਾ ਬੰਦਾ ਗੱਡੀ ਚਲਾ ਰਿਹਾ ਉਹਦਾ ਨਾਮ ਜਾਂ ਉਹਦੀ ਪਰਸੈਂਟੇਜ ਚਲਾਉਣ ਦੀ ਗੱਡੀ ਹੋਣੀ ਚਾਹੀਦੀ ਉੱਤੇ, ਉਹ ਵੀ ਗਲਤ ਸਲੋਗਨ ਦਾ ਐਕਸਪਲੇਨੇਸ਼ਨ ਗਲਤ ਦੇਣੀ ਵੀ ਇੱਕ ਤਰ੍ਹਾਂ ਦਾ ਝੂਠ ਹੈ, ਫਿਰ ਕਲੇਮ ਤਾਂ ਉੱਥੇ ਵੀ ਨਹੀਂ ਮਿਲਣਾ ਚਾਹੀਦਾ। ਹਾਂ, ਪਲੱਸ ਥੋੜੀ ਇੰਸ਼ੋਰੈਂਸ ਜ਼ਰੂਰ ਬਦਲਣੀ ਚਾਹੀਦੀ ਹੈ। ਮੈਂ ਇਹਦੇ ਹੱਕ 'ਚ, ਚਾਹੇ ਮੈਂ ਆਪ ਹੁਣ ਕਰਦਾ,
ਇਹਦੀ ਇੰਸ਼ੋਰੈਂਸ ਜਦ ਤੁਸੀਂ ਕਰ ਰਹੇ ਹੋ ਨਾ, ਤੁਸੀਂ ਆਪਣੇ ਆਪ ਨੂੰ, ਮੈਂ ਇੱਕ ਤਰ੍ਹਾਂ ਦੀ ਐਡਵਰਟਾਈਜ਼ਮੈਂਟ ਕਰ ਰਿਹਾ, ਜੇ ਮੈਨੂੰ ਉਹਦੇ ਐਕਸਟਰਾ ਪੈਸੇ ਦੇਣੇ ਪੈ ਰਹੇ ਨੇ, ਮੈਂ ਹੋਰ ਐਡਵਰਟਾਈਜ਼ਮੈਂਟ ਕਰੂੰਗਾ ਤਾਂ ਉਹਦੇ ਵੀ ਦਊਂਗਾ ਜੀ। ਇਹਦੇ ਵੀ ਐਕਸਟਰਾ ਪੈਸੇ ਹੋਣ, ਕੋਈ ਇਹਦਾ ਕੋਈ ਨੁਕਸਾਨ ਨਹੀਂ। ਹਾਂ, ਪਰ ਜਿਹੜੇ ਮਤਲਬ ਕਹਿੰਦੇ ਨੇ ਵੀ ਬੈਡ ਐਗਸ ਨੇ ਉਹ ਨਿਕਲ ਜਾਣਗੇ ਵਿੱਚੋਂ। ਹਾਂ, ਉਹ ਭੈੜਾ ਲੱਗਦਾ ਯਾਰ, ਬਹੁਤ ਮਾੜੀਆਂ ਲੱਗਦੀਆਂ, ਬਹੁਤ ਜ਼ਿਆਦਾ ਮਾੜੀਆਂ। ਫੈਮਿਲੀ ਨੇਮ ਰੱਖੋ, ਫੈਮਿਲੀ ਨੇਮ ਰੱਖੋ ਤੁਸੀਂ ਆਪਣਾ, ਕੁਝ ਵੀ ਕੋਈ ਵਧੀਆ ਮੈਸੇਜ ਵੀ ਹੋ ਸਕਦਾ। ਜਿਵੇਂ ਕਈ ਮੈਂ ਮੇਰੇ ਫਰੈਂਡ ਆ, ਉਹ ਕਹਿੰਦਾ ਵੀ ਜਸਟਿਸ ਜਾਂ ਕੁਝ ਹੋਰ ਰੱਖਿਆ ਹੁੰਦਾ। ਬਿਲਕੁਲ, ਤੁਸੀਂ ਕੌਮ ਦਾ ਰੱਖੋ, ਕੋਈ ਨੇਸ਼ਨ ਲਿਖ ਲਓ, ਕੋਈ ਕੁਛ ਲਿਖ ਲਓ, ਪਰ ਇਹਦੇ ਤੇ ਤਾਂ ਇਹ ਤਾਂ ਅੱਛਾ ਪਰਟੀਕੂਲਰ ਤੁਸੀਂ ਇਹ ਦੇਖੋ, ਸਾਰੀ ਸਰੀ ਚ ਨਹੀਂ ਹੈ, ਖਾਸ ਏਰੀਏ ਦੇ ਵਿੱਚ ਹੈ। ਤੁਸੀਂ ਦੇਖ ਲਓ ਨਿਊਟਨ ਦੇ ਵਿੱਚ ਪਲੇਟਾਂ ਦੇਖ ਲਓ ਘੁੰਮਦੀਆਂ, ਸਟ੍ਰਾਬੇਰੀ ਹਿਲ ਚ ਦੇਖ ਲਓ ਘੁੰਮਦੀਆਂ। ਬਿਲਕੁਲ, ਕੋਈ ਜਿਹੜਾ ਗਾੜਾ ਨਾ ਗੜ ਦੇ ਵਿੱਚ ਜ਼ਿਆਦਾ ਨੇ। ਥੈਂਕ ਯੂ। ਸੋ ਇਹ ਹੈਰਾਨੀ ਦੀ ਗੱਲ ਇਹ ਆ ਵੀ ਇਸ ਨੂੰ ਹੁਣ ਲੋਕ ਭੇਜ ਰਹੇ ਨੇ, ਪਿਕਚਰਾਂ ਬਣਾ ਕੇ ਭੇਜ ਰਹੇ ਨੇ ਵੀ ਆ ਦੇਖੋ ਜੀ ਕੀ ਲਿਖਿਆ ਹੋਇਆ। ਤੇ ਬੰਦੂਕ ਆ ਦੇਖ ਲਾ, ਕਿਸੇ ਨੇ ਭੇਜਿਆ ਹੁਣੇ ਬੰਦੂਕ। ਤੇ ਮਤਲਬ ਹੁਣ ਇੱਕ ਚੀਜ਼ ਨੂੰ ਤੁਸੀਂ ਆਪਾਂ ਪੜ੍ਹਦੇ ਆ, ਸਾਰੇ ਭੇਜਦੇ ਆ ਇੱਕ ਦੂਜੇ ਨੂੰ, ਪਰ ਇਹਨੂੰ ਯਾਰ ਬੰਦ ਕਰਾਉਣ ਦੇ ਲਈ ਕੁਝ ਕੀਤਾ ਜਾਵੇ। ਇਹਨੂੰ ਨਾ, ਜਾਂ ਇਹਦੇ ਤੇ ਕੁਝ ਮਹਿੰਗਾ ਹੋਵੇ ਜਾਂ ਕੁਛ। ਤੇ ਸਰ ਹਰਪ੍ਰੀਤ ਸਿੰਘ, ਲਾਈਨ ਨੰਬਰ 2। ਹਾਂਜੀ, ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਬਾਈ ਜੀ, ਜਿੱਦਾਂ ਪਹਿਲਾਂ ਬਾਈ ਹੁਣੀ ਦੱਸ ਕੇ ਗਏ ਆ ਨਾ, ਉਹ ਪਲੇਟ ਮੈਂ ਵੀ ਲਈ ਹੋਈ ਆ, ਉਹਦੇ ਵਿੱਚ ਰੀਜਨ ਦੱਸਣਾ ਪੈਂਦਾ ਤੁਹਾਨੂੰ ਵੀ ਉਹਦਾ ਕੀ ਆ ਨਾ। ਮਤਲਬ ਮੈਂ ਪਿੰਡ ਦੇ, ਮੈਂ ਤਾਂ ਚਰਦੀ ਹੋਈ ਲਈ ਆ, ਮੈਂ ਆਪਣੇ ਪਿੰਡ ਦੇ ਨਾਂ ਦੀ ਲਈ ਆ। ਠੀਕ ਹੈ। ਪਰ ਆ ਜਿਹੜੇ ਦੂਸਰਾ ਵਾ, ਇਹਨਾਂ ਨੂੰ ਦੇਖਣਾ ਚਾਹੀਦਾ, ਚੈੱਕ ਕਰਨਾ ਚਾਹੀਦਾ। ਉੱਥੇ ਆਪਣੇ ਬੰਦੇ ਵੀ ਪੰਜਾਬੀ ICBC ਕੰਮ ਕਰਦੇ ਆ ਵੀ ਇਹ ਕਿਉਂ ਏਦਾਂ, ਵੀ ਇਹਨਾਂ ਦਾ ਮਤਲਬ ਕੀ ਆ। ਕਿਉਂਕਿ ਇੱਥੇ ਹੁਣ ਗਲਫੋਰਡ ਮਾਲ ਏਰੀਏ 'ਚ ਖੜੀ ਹੁੰਦੀ ਆ ਕਾਰ, ਮੈਂ ਰਜਿਸਟਰ ਨਹੀਂ ਦੱਸਣਾ, ਤੇ ਪਰ ਉਹਦੇ ਉੱਤੇ ਲਿਖਿਆ ਹੁੰਦਾ 13PATA ਤੇਰਾ ਪਾਪਾ। ਉਹ ਹੁਣ ਵੀ ਦੇਖ ਲਓ ਤੁਸੀਂ, ਏਦਾਂ ਦੀਆਂ ਪਲੇਟਾਂ ਜਦੋਂ ਆ ਰਹੀਆਂ ਤੇ ਇੱਥੇ ਕਿੱਦਾਂ ਦਾ ਮਾਹੌਲ ਬਣ ਰਿਹਾ ਜੀ। ਧੰਨਵਾਦ ਜੀ। ਧੰਨਵਾਦ ਜੀ। ਵਿਨੀਪੈਗ ਤੋਂ ਇੱਕ ਦੀ ਆਈ ਹੈ ਪਿਕਚਰ, ਨੌਕਰੀ ਤੇ ਚਲਾ ਰਹੀ ਆ ਉਹਨੂੰ ਕੁੜੀ। ਹੁਣ ਤੁਸੀਂ ਯਾਰ ਕੁਛ ਸਿਆਣਪ ਕਰੋ, ਤੁਹਾਨੂੰ ਪਤਾ ਕੀ ਮਤਲਬ ਹੈ ਇਹ, ਕੀ ਤੁਸੀਂ ਮਹਿਸੂਸ ਕਰਦੇ ਹੋ, ਕੀ ਕਰਦੇ ਹੋ ਤੁਸੀਂ? ਇਹ ਪੀਕੇ ਤੁਨ, PKTUNN, ਦੱਸ ਕਿਹੜੀ ਪੀਕੇ ਤੁਨ? ਤੇ ਪੀਕੇ ਚਲਾਓ ਤਾਂ ਸਹੀ ਕਾਰ ਮਾੜੀ ਤੁਨ ਹੋ ਕੇ। ਇਸ ਨੂੰ ਹੁਣ ਜਾਰਜੀਆ ਤੋਂ ਕੋਤਰਾ ਸਾਹਿਬ ਨੇ ਭੇਜੀ ਆ, ਪਲੇਟ ਲੱਗੀ ਹੋਈ ਆ ਉਹਨਾਂ ਦੀ, ਤੇ ਖਾਲਸਾ ਲਿਖਿਆ ਹੈ ਉੱਪਰ। ਬਣਾ ਲਓ ਇਸ ਤਰ੍ਹਾਂ ਦੀ, ਕੌਮ ਦੀ ਬਣਾ ਲਓ, ਖਾਲਸੇ ਦੀ ਬਣਾ ਲਓ, ਪਿੰਡ ਦੀ ਬਣਾ ਲਓ। ਉਹ ਸੱਭਿਅਤਾ ਲੱਗੀ ਹੈ ਸੁਸਾਇਟੀ 'ਚ, ਕਿੱਥੇ ਰਹਿਣਾ ਤੁਸੀਂ। ਤੇ ਇਹਦਾ ਜਿਹੜਾ ਪੜ੍ਹ ਕੇ ਲੋਕ ਸ਼ਰਮ ਮੰਨ ਰਹੇ ਨੇ, ਤੇ ਸਮਝ ਨਹੀਂ ਆਉਂਦੀ ਵੀ ਇਹਨੂੰ ਕੀ ਤੁਸੀਂ ਕੀ ਕਰੋਗੇ ਤੁਸੀਂ। ਸਾਹਿਬ ਅਵਤਾਰ ਸਿੰਘ, ਲਾਈਨ ਨੰਬਰ 2। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਗਿੱਲ ਸਾਹਿਬ, ਇਹ ਤਾਂ ਬਾਕੀ ਤਾਂ ਮੈਨੂੰ ਪਤਾ ਨਹੀਂ, PC ਤੇ ਤਾਂ ਬਹੁਤ ਔਖੀ ਆ ਬੰਦ ਕਰਾਉਣੀ। ਜਿਹੜੀ ਕਿਸੇ ਦੀ ਨੇਮ ਪਲੇਟ ਹੈਗੀ ਆ, ਉਹ ਉਹਨਾਂ ਨੇਮ ਪਲੇਟ ਫੋਟੋ ਖਿੱਚ ਕੇ ਤਾਂ ਉਹਨਾਂ ਨੂੰ ICBC ਦਾ ਜਿਹੜਾ ਉਹ ਕਾਲ ਕਰਦੇ, ਉਹਨਾਂ ਨੂੰ ਦੱਸ ਦਿਓ ਵੀ offensive ਆ, ਉਹ ਵਿਡਰਾ ਕਰ ਦਿੰਦੇ ਉਹ ਟਿਕਟ। ਉਹਨਾਂ ਨੂੰ ਇੰਗਲਿਸ਼ ਲੈ ਦਿਓ ਵੀ ਇਹਦਾ ਮਤਲਬ ਇਹੋ ਆ, ਉਹ ਵਿਡਰਾ ਕਰ ਦਿੰਦੇ। ਇੱਥੇ ਤਾਂ ਬਹੁਤ ਸੌਖਾ ਹੈ, ਮੈਂ ਕਰਾਈ ਇੱਕ ਵਿਡਰਾ ਸਾਡੇ ਗੁਆਂਢ ਚ ਸੀਗੀ। ਵੈਰੀ ਗੁੱਡ। ਹਾਂਜੀ, ਉਹ ਕਰ ਦਿੰਦੇ ਆ। ਮੁਹਿੰਮ ਚਲਾਓ। ਹਾਂਜੀ, ਇਹ ਗੱਲ ਮੈਂ ਕਿਹਾ ਕਰਨੀ ਚਾਹੀਦੀ, ਜਿਹਨੂੰ ਲੱਗੇ ਪਤਾ ਉਹ ਦੁਆਰਾ ਲਿਖ ਕੇ ਭੇਜੇ। ਜਿਵੇਂ ਉਹਨੂੰ ਕਹੋ ਵੀ offensive ਆ, ਕਲਚਰਲੀ ਸਾਡੇ ਲਈ offensive ਆ, ਤੁਹਾਨੂੰ ਐਕਸਪਲੇਨੇਸ਼ਨ ਦੇਣ ਦੀ ਵੀ ਲੋੜ ਨਹੀਂ। ਉਹਨਾਂ ਨੂੰ ਇੰਨਾ ਹੀ ਲਿਖਣਾ ਵੀ ਇਹ ਕਲਚਰਲੀ ਸਾਡੇ ਲਈ ਇਹ ਜਿਹੜਾ ਨਾਂ offensive ਆ, ਉਹ ਉਸੇ ਵੇਲੇ ਕੈਂਸਲ ਕਰਕੇ ਇਹਦਾ ਨੋਟਿਸ ਭੇਜ ਦਿੰਦੇ ਆ। ਥੈਂਕ ਯੂ ਡਾਕਟਰ ਸਾਹਿਬ। ਸਾਡੇ ਲਾਗੇ ਬਣਾਈ ਹੋਈ ਸੀ ਕਿਸੇ ਨੇ, ਮੈਂ ਵਰਡ ਵੀ ਨਹੀਂ ਯੂਜ਼ ਕਰਨਾ ਚਾਹੁੰਦਾ, ਚਮਾਰ ਸੀ ਉੱਤੇ ਲਿਖਿਆ। ਓਏ ਹੋਏ ਓਏ ਹੋਏ। ਮੈਂ ICBC ਨੂੰ ਕਾਲ ਕੀਤੀ, ਮੈਂ ਯਾਰ ਇਟ ਇਜ਼ ਵੈਰੀ offensive ਕਾਸਟਿਸਟ ਵਰਡ ਆ, ਵੀ ਤੁਸੀਂ ਇਹ ਵਿਡਰਾ ਕਰੋ। ਉਹਨੇ 2 ਹਫ਼ਤਿਆਂ ਦੇ ਵਿੱਚ ਉਹ ਵਿਡਰਾ ਕਰਕੇ ਤਾਂ ਉਹਨੇ ਉਹ ਕਰ ਲਈ, ਮਤਲਬ ਉਹਦੀ ਕੈਂਸਲ ਕਰਤੀ।
ਇੱਥੇ BC ਦਾ ਬਹੁਤ ਸੌਖਾ, ਬਾਕੀ ਮੈਨੂੰ ਪਤਾ ਨਹੀਂ ਕੀ ਪ੍ਰੋਟੋਕਾਲ ਹੋਊਗਾ, ਇੱਥੇ ਦਾ ਬਹੁਤ ਸੌਖਾ ਹੈ। ਥੈਂਕ ਯੂ ਡਾਕਟਰ ਸਾਹਿਬ, ਥੈਂਕ ਯੂ। ਆਸਟ੍ਰੇਲੀਆ ਤੋਂ ਮੈਸੇਜ ਆਇਆ, ਉਹ ਕਹਿੰਦੇ ਇੱਥੇ ਕਸਟਮਾਈਜ਼ ਪਲੇਟ ਬਣਾਉਣੀ ਆ, $500 ਆਸਟ੍ਰੇਲੀਅਨ ਡਾਲਰ ਲੱਗਦਾ, 500। ਸਰ ਸਰਜੀਤ ਸਿੰਘ ਲਾਈਨ ਨੰਬਰ 3। ਸਰ ਬਲਵਿੰਦਰ ਸਿੰਘ ਲਾਈਨ ਨੰਬਰ 4। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰ ਜੀ। ਸਾਡੇ ਰਿਸ਼ਤੇਦਾਰ ਆਏ ਸੀਗੇ ਜੀ ਨਿਊ ਜਰਸੀ ਤੋਂ, ਬੜਾ ਖੁਸ਼ ਹੋਏ ਜੀ ਦੇਖ ਕੇ ਪਲੇਟਾਂ। ਪਹਿਲਾਂ ਦਾ ਕਿਸੇ ਦਾ ਢਾਲੀਵਾਲ ਲਿਖਿਆ, ਕਿਸੇ ਦਾ ਕਰਿਆਲ ਲਿਖਿਆ ਹੋਇਆ, ਕਿਸੇ ਦਾ ਮਾਨ ਲਿਖਿਆ ਹੋਇਆ। ਇਹ ਗੱਡੀ ਜੀਜਾ ਜੀ ਵਾਲੀ ਸਾਨੂੰ ਮਿਲ ਗਈ ਜੀ ਹਾਈਵੇ 10 ਤੇ। ਉਹਨਾਂ ਨੇ 1000 ਗਾਲ ਕੱਢੀ ਜੀ। ਜੀਜਾ ਹਾਂ, ਸਤਿ ਸ਼੍ਰੀ ਅਕਾਲ ਜੀ। ਸਹੀ ਹੁੰਦਾ ਜੀ। ਚੰਦ ਸਿੱਧੂ ਜੀ ਲਾਈਨ ਨੰਬਰ 5। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਜੀ ਸਿੱਧੂ ਸਾਹਿਬ। ਹਾਂਜੀ ਹਾਂਜੀ, ਗਿੱਲ ਸਾਹਿਬ ਨਾਲੋਂ ਜਾਂ ਫੀਸ ਵਧਾਉਣ ਨਾਲੋਂ ਵੀ ਇਹ ਹੈ ਵੀ ਜਦੋਂ ਅਪਲਾਈ ਕਰਦੇ ਆ 3 ਦਿੰਦੇ ਆ, ਜਿਵੇਂ ਮੈਂ ਵੀ ਕੀਤੀ ਸੀਗੀ, ਤੇ ਉਹ 3 ਦਿੰਦੇ ਆ ਤੇ ਉੱਥੇ ਕੋਈ ਉਸ ਕਮਿਊਨਿਟੀ ਦਾ ਬੰਦਾ ਚਾਹੀਦਾ ਜੋ ਉਹਦੀ ਲੈਂਗੁਏਜ ਪੁੱਛ ਕੇ ਜਾਂ ਕੋਈ ਹੋਰ ਉਹਦੇ ਵਿੱਚ ਅਪਲਾਈ ਹੋਏ ਕਾਲਮ ਬਣਾ ਕੇ ਉਹ ਡਿਸਾਈਡ ਕਰੇ ਵੀ ਇਹ ਜਾਂ ਤਿੰਨੇ ਹੀ ਵਿਦਡਰਾ ਕਰ ਲਵੇ, ਕੋਈ ਵੀ ਨਹੀਂ ਇਹਦੇ ਚੋਂ ਤਾਂ ਜਿਹੇ ਜਿਹੇ ਹੋਣ। ਤੇ ਫੀਸ ਨੂੰ ਤਾਂ ਫਿਰ ਆਏ ਹੋ ਜਾਂਦਾ ਨਾ, ਅਗਲਾ ਕਹਿੰਦਾ ਜਿਹਦੇ ਕੋਲ ਪੈਸੇ ਅਗਲਾ 500 ਦੇ ਕੇ, ਜਿਵੇਂ ਆਕਾਰ ਤੇ ਉਹਨਾਂ ਨੇ ਦੱਸਿਆ 500 ਦੇ ਕੇ ਵੀ ਅਗਲਾ ਕਰਾ ਲੂ। ਫਿਰ ਉਹ ਤਾਂ ਉਹਦੇ ਨਾਲ ਇਹ ਉੱਥੋਂ ਪਹਿਲਾਂ ਅਪਲਾਈ ਵਿਦਡਰਾ ਕਰਾਉਣ ਨਾਲੋਂ ਵੀ ਆਪਾਂ ਘੋਲ ਕਰ ਜਾਂਦੇ, ਉਹਦੇ ਨਾਲ ਪਹਿਲਾਂ ਅਪਲਾਈ ਬੜੇ ਹੀ ਕੈਂਸਲ ਹੋਣ ਇਹ ਤਿੰਨੇ। ਤੇ ਦੂਸਰਾ ਮੈਂ ਤੁਹਾਨੂੰ ਮੈਸੇਜ ਵੀ ਛੱਡੇ, ਰਿਕੁਐਸਟ ਕੀਤੀ ਸੀਗੀ ਵੀ ਉਹ ਜੇ ਅੰਕਲ ਉਹਨਾਂ ਦੇ 2 ਕੁ ਬੋਲ ਸੁਣਾ ਦਵਾਂ ਤਾਂ ਕਿਤੇ ਕਰਨਾ। ਇਹਨਾਂ ਦੇ ਜੀ ਮਹਿੰਦਰ ਸਿੰਘ ਤੁਸੀਂ ਕੱਲ ਦੱਸੇ, ਮਹਿੰਦਰ ਸਿੰਘ ਅੰਕਲ ਦੀ ਨਹੀਂ ਡੈਥ ਹੋ ਗਈ, ਮੇਰੇ ਦਿਮਾਗ 'ਚ ਤਾਂ ਹੈਗੀ, ਮਤਲਬ ਮੈਂ ਸ਼ਰਧਾਂਜਲੀ ਦੇ ਰੂਪ 'ਚ ਮੈਂ ਉਹ ਫਰੈਸ਼ ਕਰਨਾ ਚਾਹੁੰਦਾ ਸੀਗਾ ਵੀ ਜੇ ਹੋ ਸਕੇ ਤਾਂ। ਜਿਹਨੇ ਡੈਥ ਨਹੀਂ, ਜਿਵੇਂ ਉਹ ਜਦੋਂ ਕਾਲ ਕਰਦੇ ਹੁੰਦੇ ਸੀ ਤੁਹਾਡੇ ਕੋਲ ਰਿਕਾਰਡਿੰਗ ਕਈ ਵਾਰ ਕਾਲਾਂ ਹੁੰਦੀਆਂ ਨਾ। ਓਕੇ ਜੀ, ਮੈਂ ਲੱਭ ਰਿਹਾ ਜੀ ਪਿਛਲੇ ਦਿਨਾਂ ਦੀ ਕੋਈ, ਮੈਂ ਦੇਖੂੰਗਾ। ਬਿਲਕੁਲ ਠੀਕ, ਮੇਰਾ ਦਿਲ ਕਰਦਾ ਸੁਣਨ ਨੂੰ, ਤੇ ਮੈਂ ਉਹ ਮੈਸੇਜ ਤੁਹਾਨੂੰ ਪੰਜਾਬੀ ਛੱਡਿਆ ਹੋਇਆ ਤੁਹਾਡੇ ਫੋਨ ਤੇ। ਹਾਂਜੀ, ਥੈਂਕ ਯੂ ਬਾਈ। ਸਿਆਟਲ ਦੇ ਵਿੱਚ ਟਰਾਂਸਪੋਰਟ ਕੰਪਨੀ, ਇੱਕ ਟਰੱਕਿੰਗ ਕੰਪਨੀ ਵਿਕਾਊ ਹੈ ਜੀ, 206 422 7464। ਸਿਆਟਲ ਦੀ ਮਸ਼ਹੂਰ ਟਰੱਕਿੰਗ ਕੰਪਨੀ ਹੈ ਜਿਸ ਟਰੱਕ ਟ੍ਰੇਲਰ ਕੰਪਲੀਟ ਫਲੀਟ ਵਿਕਾਊ ਹੈ। 206 422 7464। ਹਰਮਨ ਉਹਨਾਂ ਨਾਲ ਗੱਲਬਾਤ ਕਰ ਲਿਓ। 206 422 7464 ਸਿਆਟਲ ਦੀ ਬਹੁਤ ਮਸ਼ਹੂਰ ਕੰਪਨੀ ਹੈ। ਤੇ ਨਾਲ ਜੇ ਵੀਕਐਂਡ ਤੇ ਜਾਂ ਆਮ ਦਿਨਾਂ ਚ ਸੋਇਸ ਜਾਂਦੇ ਹੋ ਤਾਂ ਸੋਇਸ ਫਰੂਟ ਬਾਸਕਟ ਮਨਪ੍ਰੀਤ ਸਿੰਘ ਔਜਲੇ ਦੇ ਫਰੂਟ ਸਟੈਂਡ ਤੇ ਜ਼ਰੂਰ ਰੁਕਿਓ। 778 879 9999 ਨੰਬਰ ਹੈ। ਜੇ ਜ਼ਰੂਰਤ ਪੈ ਜਾਵੇ ਕੋਈ ਗੱਲਬਾਤ ਕਰਨੀ ਜਾਂ ਸੋਇਸ ਦੇ ਵਿੱਚ ਕੋਈ ਹੋਰ ਇਨਫੋਰਮੇਸ਼ਨ ਲੈਣੀ ਹੋਵੇ, ਹਰ ਕਿਸਮ ਦਾ ਫਲ, ਹਰ ਕਿਸਮ ਦੀਆਂ ਸਬਜ਼ੀਆਂ, ਬਾਕੀ ਹੋਰ ਜੈਮ ਤੇ ਹਨੀ ਤੇ ਸਭ ਆਰਗੈਨਿਕ ਸਮਾਨ ਜਿਹੜਾ ਤੁਸੀਂ ਇੱਥੋਂ ਲੈ ਸਕਦੇ ਹੋ। ਸਿਰਫ ਜਿੰਨੇ ਲੈ ਸਕਦੇ ਹੋ ਮੇਪਲ ਸਿਰਪ ਹੈ ਤੇ ਜੂਸ ਤਾਜ਼ੇ ਤੁਹਾਨੂੰ ਕੱਢ ਕੇ ਪਿਲਾਉਂਦੇ ਆ। ਮੈਕਸੀਕਨ ਫੂਡ ਤੇ 9910 ਹਾਈਵੇ 3 ਬਿਲਕੁਲ ਕਾਰਨਰ, ਜਿਆਦਾ ਇੱਧਰੋਂ ਕਰਮੀਸ ਤੋਂ ਜਾਣਾ ਤੇ 97 ਨੂੰ ਮਿਲਣਾ ਤੇ ਉਹਦੇ ਸਾਹਮਣੇ ਬਿਲਕੁਲ। ਸਾ ਹਾਕਮ ਸਿੰਘ ਜੀ ਲਾਈਨ ਨੰਬਰ 2। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਵੀਰ ਜੀ। ਵੀਰ ਜੀ ਮੈਂ 2 ਤੁਹਾਨੂੰ ਭੇਜੀਆਂ ਨੇ ਜੀ, ਇੱਕ ਤਾਂ ਨਖਰੋ ਤੇ ਆਈ ਥਿੰਕ ਹਰਾਮਜ਼ਾਦਾ ਸਮਥਿੰਗ ਕੁਝ ਲਿਖਿਆ ਵਾ, ਲਾਲ ਜੀ ਕਿਸੇ ਹੋਰ ਸਟੇਟ ਦੀ ਆ ਉਹ। ਹਾਂ ਤੁਸੀਂ ਆ ਭੇਜੀ ਹੈ ਮੈਨੂੰ। ਇੱਕ ਤਾਂ ਬੰਦਾ ਜੀ ਅਸੀਂ ਘੇਰ ਵੀ ਲਿਆ, 2 ਵੀਕਾਂ ਹੋ ਗਏ ਤੇ ਬੋਲੀ ਤੋਂ ਮੁੰਡਾ ਨਖਰੋ ਵਾਲੀ ਇੱਥੇ ਆ ਜੀ। ਹਾਂਜੀ, ਨਖਰੋ ਵਾਲੀ BC ਦੀ ਹੈ ਜੀ। ਨਖਰੋ ਵਾਲੀ ਇੱਥੇ ਆ। ਹਾਂਜੀ, ਨਖਰੋ ਵਾਲੀ ਆਪਣੀ BC ਦੀ ਹੈ, ਸਰੀ ਦੀ ਹੈ ਜੀ। ਤੇ ਆ ਇਹ ਵਿਕਟੋਰੀਆ ਦੀ, ਮੈਨੂੰ ਲੱਗਦਾ ਦੂਜੀ ਹੈ ਜਿਹੜੀ ਸ਼ਾਇਦ ਆਸਟ੍ਰੇਲੀਆ ਦੀ ਹੋਵੇ, ਵਿਕਟੋਰੀਆ ਲਿਖਿਆ ਹੋਇਆ ਹੋ ਸਕਦਾ ਜੀ। ਲਾਲ ਜੀ ਪਲੇਟ ਆ ਗੱਡੀ ਦੀ ਉਹਦੀ ਜੀ, ਹਰਾਮ ਜ਼ਿਆਦਾ ਉਹਦੇ ਤੇ ਲਿਖਿਆ ਹੋਇਆ, ਬੱਲੇ ਸਿਰੇ ਆ ਕਹਾਣੀ। ਜੇ ਇੱਕ ਤਾਂ ਭਾਜੀ ਦੱਸਦਿਆਂ ਨੂੰ ਵੀ ਸ਼ਰਮ ਆਉਂਦੀ ਆ, ਰੇਟ ਉਹਨੂੰ ਅਸੀਂ ਘੇਰ ਕੇ ਗਿਆ ਵੀ ਤੇਰੇ ਮਾਂ ਭੈਣ ਹੈ ਨੀ ਜੀ, ਉਹਦਾ ਬਾਈ ਜੀ ਇੰਨਾ ਗਲਤ ਮਤਲਬ ਲਿਖਿਆ ਨਾ, ਮਗਰ ਤੇਰੇ ਲਿਖਿਆ ਹੋਇਆ ਤੇ ਮੂਹਰੇ 12 ਪਾਇਆ ਹੋਇਆ ਭਾਜੀ। ਸ਼ਰਮ ਹੀ ਲਾਈ ਹੋਈ ਬੰਦੇ ਨੂੰ, ਸੱਤ ਕੁੱਟ ਹੋ ਜਾਣਾ ਸੀ ਭਾਜੀ। ਭੱਜ ਗਿਆ। ਧੰਨਵਾਦ ਜੀ। ਸਾ ਹਰਵੀਰ ਸਿੰਘ ਲਾਈਨ ਨੰਬਰ 4। ਗਿੱਲ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਗਰੇਵਾਲ ਸਾਹਿਬ। ਪਹਿਲੀ ਤਾਂ ਗੱਲ ਹੈ ਜੀ ਇਹ ਕੋਈ ਮੇਰਾ ਖਿਆਲ
ਇਹਦੇ ਵਿੱਚ ਸ਼ਾਇਦ ਇਹਨਾਂ ਨੂੰ ਲੱਗਦਾ ਹੋਵੇ ਜਿਹੜੇ ਪਲੇਟਾਂ ਵਾਲੇ ਨੇ ਵੀ ਸਾਡੀ ਬਹੁਤ ਚੜਾਈ ਹੋ ਰਹੀ ਆ। ਪਹਿਲੀ ਤਾਂ ਗੱਲ ਆ ਵੀ ਸਿਆਣੇ ਲੋਕ ਨੇ ਉਹਨਾਂ ਵਿੱਚ ਆਪਦੀ ਅਕਲ ਦਾ ਜਨਾਜ਼ਾ ਕੱਢ ਰਹੇ ਨੇ। ਦੂਸਰੀ ਗੱਲ ਹੈ ਕਿ ਇਹ ਆਪਣੀ ਔਕਾਤ ਦਿਖਾ ਰਹੇ ਨੇ ਮੇਰੇ ਮੁਤਾਬਕ, ਸਾਡੀ ਬੈਕਗ੍ਰਾਉਂਡ ਸਾਡੀ ਕੀ ਆ ਉੱਥੋਂ ਇੰਡੀਆ ਚ। ਸੋ ਦੂਸਰੀ ਗੱਲ ਜਿਹੜੀ ਇਹ ਤੋਂ ਅਗਲੀ ਹੈਗੀ, ਇੱਕ ਹੁਣ ਜਿੰਦਾ ਘਰ ਨੂੰ ਲਾਇਆ ਜਾਂਦਾ ਨਾ, ਉਹ ਚੋਰਾਂ ਲਈ ਨਹੀਂ ਲਾਇਆ ਜਾਂਦਾ, ਉਹ ਇੱਕ ਆਮ ਸ਼ਰੀਫ ਇਨਸਾਨ ਨੂੰ ਦੱਸਣ ਲਈ ਲਾਇਆ ਜਾਂਦਾ ਵੀ ਘਰੇ ਕੋਈ ਹੈ ਨਹੀਂ। ਕਿਉਂਕਿ ਚੋਰਾਂ ਨੇ ਤਾਂ ਭੰਨ, ਉਹ ਚੋਰ ਲਈ ਤਾਂ ਲੌਕ ਲਾਉਣਾ ਇੱਕ ਇੰਡੀਕੇਸ਼ਨ ਆ ਵੀ ਘਰੇ ਹੈ ਨਹੀਂ, ਤੂੰ ਫਰੀ ਆ, ਤੂੰ ਭੰਨ ਸਕਦਾ, ਉਹਨੇ ਭੰਨ ਲੈਣਾ। ਇਸੇ ਤਰ੍ਹਾਂ ਇਹ ਜਿਹੜੀਆਂ ਚੀਜ਼ਾਂ ਨੇ ਨਾ ਵੀ ICBC ਨੇ ਇਹ ਤੁਹਾਨੂੰ ਕਸਟਮ ਪਲੇਸ ਬਣਾਉਣ ਦਾ ਅਧਿਕਾਰ ਦਿੱਤਾ ਹੈ, ਇਹ ਮੇਰਾ ਖਿਆਲ ਹਿਊਮੈਨਿਟੇਰੀਅਨ ਅਪਰੋਚ ਹੁੰਦੀ ਸੀ ਵੀ ਕੋਈ ਫੈਮਿਲੀ ਮੈਂਬਰ ਜਾਂ ਕੋਈ ਪਰਿਵਾਰਕ ਮੈਂਬਰ ਵਿਛੜ ਗਿਆ, ਉਹਦੀ ਮੈਮੋਰੀਜ਼ ਦੇ ਤੁਸੀਂ ਨਾਮ ਲੈ ਲਓ, ਹਨਾ, ਤੁਸੀਂ ਪਿਆਰ ਕਰਦੇ ਹੋ, ਇਸ ਤਰ੍ਹਾਂ ਦਾ ਮੇਰਾ ਖਿਆਲ ਕੀਤਾ ਸੀ ਇਹਨਾਂ ਨੇ। ਪਰ ਸਾਡੀ ਉਹੀ ਚੋਰ ਮੈਂਟੈਲਿਟੀ ਵੀ ਅਸੀਂ ਤਾਂ ਉਹਦੀਆਂ ਬਾਉਂਡਰੀਜ਼ ਨੂੰ ਭੰਨਣਾ ਹੁੰਦਾ ਨਾ। ਹੁਣ ਜਿਹੜੀ ਗੱਲ ਆਉਂਦੀ ਹੈ ਸੋਲੂਸ਼ਨ, ਇਹ ਮੇਰਾ ਖਿਆਲ ਤੁਸੀਂ ਨਾ ਕਿਸੇ ਦਿਨ ਜਿੱਦਣ ਕੋਈ ਤੁਸੀਂ ਲਾਇਰ ਦੇ ਨਾਲ ਕਿਸੇ ਨਾਲ ਕੋਈ ਡਿਸਕਸ਼ਨ ਹੋਵੇ, ਉਹਨਾਂ ਨੂੰ ਪੁੱਛੋ, ਮੇਰਾ ਖਿਆਲ ਕੋਈ ਨਾ ਕੋਈ ਕਾਨੂੰਨ ਜ਼ਰੂਰ ਹੋਊਗਾ ਜਿਹਦੇ ਵਿੱਚ ਤੁਸੀਂ ਅਬਿਊਸਿਵ ਜਾਂ ਅਫੈਂਸਿਵ ਜਾਂ ਵਲਗਰ ਲੈਂਗੁਏਜ ਪਬਲਿਕ ਦੇ ਨਹੀਂ ਲਿਖ ਕੇ ਨਹੀਂ ਤੁਸੀਂ ਘੁੰਮ ਸਕਦੇ। ਜੇ ਕੋਈ ਏਦਾਂ ਦਾ ਕਾਨੂੰਨ ਹੋਵੇ ਨਾ, ਮੇਰਾ ਖਿਆਲ ਹੋਊਗਾ 99%। ਤਾਂ ਆਹ ਜਿਹੜਾ ਗਰੁੱਪ ਖੜਾ ਹੋਇਆ ਡੇਵਿਡ ਈਬੀ ਨੂੰ ਲਿਖਣ ਦੀ ਬਜਾਏ, ਕਿਉਂਕਿ ਉਹ ਵੀ ਤਾਂ ਸਿਆਸਤਦਾਨਾਂ ਨੂੰ ਦੇਖਣਾ ਵੋਟਾਂ ਕਿੱਧਰੋਂ ਬਣਨੀਆਂ ਹਨਾ, ਇਸੇ ਗਰੁੱਪ ਨੂੰ ਤੁਸੀਂ ਨਾਲ ਲਾ ਕੇ ਇਹਨਾਂ ਤੇ ਕਲਾਸ ਐਕਸ਼ਨ ਲਾ ਸੂਟ ਕਰ ਦੇਣੀ ਚਾਹੀਦੀ ਹੈ। ਜਦੋਂ 10-10 ਹਜ਼ਾਰ ਫਾਈਨ ਹੋਇਆ ਤੇ 10-10 ਹਜ਼ਾਰ ਵਕੀਲ ਨੂੰ ਦੇਣਾ ਪਿਆ, ਇਹਨਾਂ ਦੀ ਧਰਨ ਟਿਕਾਣੇ ਜਦ ਹੀ ਆ ਜਾਣੀਆਂ, ਮੁੜ ਕੇ ਪਲੇਟਾਂ ਲੱਭਣੀਆਂ ਨਹੀਂ। ਥੈਂਕ ਯੂ ਜੀ। ਬਿਲਕੁਲ ਠੀਕ ਹੈ। ਸੋ ਇਹ ਇੱਕ ਬੇਨਤੀ ਹੈ ਕਿ ਅਸੀਂ ਇਸ ਤੋਂ ਥੋੜਾ ਜਿਹਾ ਹਟੀਏ। ਜੇ ਕੋਈ ਸੁਣਦਾ ਵੀ ਹੈ ਉਹਨੂੰ ਵੀ ਬੇਨਤੀ ਹੈ ਕਿ ਨਾ ਕਰੀਏ ਆਪਾਂ, ਇਹ ਚੰਗਾ ਨਹੀਂ ਲੱਗਦਾ। ਹੁਣੇ ਹੀ ਲੋਕ ਆਪਣੇ ਕੋਈ ਗੋਤ ਦਾ ਲਿਖਦਾ, ਕੋਈ ਆਪਣੇ ਪਿੰਡ ਦਾ ਲਿਖਦਾ, ਤੇ ਕੋਈ ਇਸ਼ੂ ਨਹੀਂ। ਪਰ ਜਦ ਹੁਣ ਹੈ ਜਦ ਤੁਸੀਂ ਕੁਛ ਦੱਸੋ, ਹੁਣ ਹਰਾਮ ਜ਼ਿਆਦਾ ਪਲੇਟ ਆਪਣੀ ਗੱਡੀ ਤੇ ਤੁਸੀਂ ਲਾਈ ਫਿਰਦੇ ਹੋ, ਕੀ ਇਹਦੇ ਚੋਂ ਕੀ ਮਹਿਸੂਸ ਕਰਦੇ ਹੋ, ਕੀ ਕੱਢੋਗੇ ਇਹਦੇ ਚੋਂ? ਉਮਰਾਂ ਜਿਹੜੀਆਂ ਨੇ, ਜੇ ਜਵਾਨੀ ਦੀਆਂ ਉਮਰਾਂ ਨੇ, ਪਰ ਉਹਦੇ ਚ ਜਲੂਸ ਥੋੜਾ ਆਪਣਾ ਤੁਸੀਂ ਕਢਾਉਣਾ ਜਵਾਨੀ ਦੀਆਂ ਉਮਰਾਂ ਚ। ਇਹ ਖਿਆਲ ਰੱਖਣ ਦੀ ਲੋੜ ਹੈ ਜੀ। ਇਹ ਜਿਵੇਂ ਸ਼ੁਰੂ ਕਰਨ ਵਾਲੇ, ਜੇ ਕਿਸੇ ਨੇ ਇਸ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ, ਤੁਸੀਂ ਵੀ ਡਾਕਟਰ ਜੰਡੀ ਜਿਵੇਂ ਦੱਸ ਕੇ ਗਏ ਨੇ ਵੀ ਜੇ ਤੁਸੀਂ ਦੇਖੋ ਤੇ ਉਹਨਾਂ ਨੂੰ ਜੇ ਰਿਪੋਰਟ ਕਰੋ, ਰਿਪੋਰਟ ਜਦ ਕਰਦੇ ਹੋ ਤਾਂ ਉਸੇ ਸਮੇਂ ਉਹ ਐਕਸ਼ਨ ਲੈਂਦੇ। ਅਖੀਰ 'ਚ ਕੌਮ ਦੇ ਸਿਪਾਹ ਸਲਾਰਾਂ ਦੀ ਸ਼ੁਰੂ 'ਚ ਗੱਲ ਕੀਤੀ ਸੀ, ਉਹਨਾਂ ਦੇ ਲਈ ਸੋਹੀ ਬ੍ਰਦਰਜ਼ ਇੱਕ ਉਹਨਾਂ ਨੂੰ ਸਤਿਕਾਰ ਦੇ ਲਈ ਦੋ ਸ਼ਬਦ। ਕੱਲ੍ਹ ਨੂੰ ਮੁੜਦੇ ਹਾਂ ਜੀ, ਫਿਰ ਰੱਬ ਰੱਖਾ।